ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀਆਂ ਨੇ 50 ਨੰਬਰ ਅੰਕ ਤੱਕ ਗੁਰਬਾਣੀ ਦਾ ਪਾਠ, ਉਚਾਰਨ, ਵਿਸ਼ਰਾਮ ਨੂੰ ਸਮਝਿਆ ਸੀ ਅਤੇ ਅੱਜ ਦੇ ਹਿੱਸੇ ਵਿੱਚ ਆਪਾਂ 51 ਨੰਬਰ ਅੰਕ ਤੋਂ ਗੁਰਬਾਣੀ ਦਾ ਉਚਾਰਨ ਉਹਨੂੰ ਸਮਝਣਾ ਸ਼ੁਰੂ ਕਰਦੇ ਹਾਂ ਜੀ। ਸ੍ਰੀ ਰਾਗ ਮਹਲਾ ਪੰਜਵਾਂ, ਘਰ ਛੇਵਾਂ। ਛੇਵੇਂ ਘਰ ਦੇ ਸ਼ਬਦ ਇੱਥੋਂ ਸ਼ੁਰੂ ਹੋ ਜਾਂਦੇ ਆ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਕਰਨ ਕਾਰਨ ਏਕ ਉਹੀ, ਏਕ ਦੇ ਕੱਕੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਜਿਨ ਕੀਆ ਆਕਾਰ, ਜਿਨ ਦੇ ਨੰਨੇ ਨੂੰ ਸਿਹਾਰੀ ਹੈ। ਇਹ ਇੱਥੇ ਇਸ ਦੇ ਅਰਥਾਂ ਦੀ ਸੂਚਕ ਹੈ। ਇਹਨੂੰ ਜੇ ਨੇ ਇੱਦਾਂ ਨਹੀਂ ਪੜ੍ਹਨਾ, ਜਿਨ ਅਰਥ ਨਿਕਲਦਾ ਹੈ ਜਿਸ ਨੇ, ਕਰਤਾ ਕਾਰਕ ਹੋਣ ਦੀ ਸੂਚਕ ਹੈ ਪੜਨਾਵੀ ਰੂਪ ਦੇ ਵਿੱਚ। ਕੀਆ ਆਕਾਰ, ਆਕਾਰ ਦੇ ਰਾਰੇ ਨੂੰ ਔਂਕੜ, ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਤਿਸ ਹੈ ਧਿਆਵੋ ਮਨ ਮੇਰੇ, ਸਰਬ ਕੋ ਆਧਾਰ ਤਿਸ ਹੈ। ਇਹ ਵੀ ਕਾਰਕ ਹੈ, ਮਤਲਬ ਤਿਸ ਨੂੰ। ਧਿਆਵੋ ਮਨ ਮੇਰੇ, ਧਿਆਵੋ ਮੱਧਮ ਪੁਰਖ ਦੀ ਕਿਰਿਆ ਹੈ, ਇੱਕ ਵਚਨੀ। ਅਤੇ ਹਾਹੇ ਨੂੰ ਜੋ ਔਂਕੜ ਹੈ ਉਹ ਹਾਹੇ ਨੂੰ ਹੋੜੇ ਵਿੱਚ ਤਬਦੀਲ ਨਹੀਂ ਹੋਏਗਾ। ਪਾਠ ਆਪਾਂ ਕਰਾਂਗੇ ਧਿਆਵੋ ਮਨ ਮੇਰੇ। ਮਨ ਮੇਰੇ ਸੰਬੋਧਨੀ ਕਾਰਕ ਹੈ, ਇਸ ਲਈ ਆਪਾਂ ਇਸ ਨੂੰ ਨਖੇੜ ਕੇ ਪੜ੍ਹਾਂਗੇ। ਸਰਬ ਕੋ ਆਧਾਰ, ਆਧਾਰ ਦਾ ਅਰਥ ਹੁੰਦਾ ਹੈ ਆਸਰਾ, ਅਤੇ ਇੱਥੇ ਆਧਾਰ ਦੇ ਰਾਰੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦੀ ਸੂਚਕ ਹੈ ਇਹ। ਗੁਰ ਕੇ ਚਰਨ ਮਨ ਮਹਿ ਧਿਆਏ। ਗੁਰ ਕੇ ਚਰਨ, ਇੱਥੇ ਵਿਸ਼ਰਾਮ ਆਏਗਾ। ਮਨ ਮਹਿ ਧਿਆਏ, ਮਹਿ ਸੰਬੰਧਕ ਹੈ, ਇਸ ਲਈ ਆਪਾਂ ਇਹਨੂੰ ਨਾਸਕੀ ਪੜ੍ਹਾਂਗੇ, ਮਹੀ ਪਾਠ ਨਹੀਂ ਕਰਾਂਗੇ ਆਪਾਂ ਇਹਦਾ, ਮਹਿ। ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ ਰਹਾਓ। ਛੋੜ ਸਗਲ ਸਿਆਣਪਾਂ, ਸਿਆਣਪਾਂ ਪਾਠ ਕਰਾਂਗੇ, ਬਹੁਵਚਨ ਹੈ, ਇਹਨੂੰ ਸਿਆਣਪਾ ਇੱਦਾਂ ਨਹੀਂ ਪੜ੍ਹਾਂਗੇ, ਸਿਆਣਪਾਂ। ਸਾਚ ਸ਼ਬਦ ਲਿਵ ਲਾਏ, ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਮਤਲਬ ਸੱਚੇ ਵਿੱਚ। ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਸ਼ਬਦ ਵਿੱਚ, ਸੱਚੇ ਸ਼ਬਦ ਵਿੱਚ। ਲਿਵ ਲਾਏ ਅਧਿਕਰਨ ਕਾਰਕ ਹੈ, ਸੋ ਇਹ ਸਿਹਾਰੀਆਂ ਇੱਥੇ ਅਰਥਾਂ ਦੀਆਂ ਬੁੱਧਕ ਹਨ। ਰਹਾਓ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ। ਦੁੱਖ ਕਲੇਸ਼, ਕਲੇਸ਼ ਪੜ੍ਹਾਂਗੇ ਆਪਾਂ, ਨਾ ਭਉ ਵਿਆਪੈ, ਭਉ ਪੜ੍ਹਾਂਗੇ, ਭਊ ਨਹੀਂ ਪੜ੍ਹਾਂਗੇ ਆਪਾਂ, ਭਉ। ਵਿਆਪੈ ਦੁਲਾਵਾਂ ਨਾਲ ਹੈ, ਅਤੇ ਆਪਾਂ ਇਸ ਦਾ ਉਚਾਰਨ ਦੁਲਾਵਾਂ ਨਾਲ ਵਿਆਪੈ ਹੀ ਕਰਾਂਗੇ, ਕਿਉਂਕਿ ਇੱਕ ਵਚਨੀ ਕਿਰਿਆ ਹੈ ਵਰਤਮਾਨ ਕਾਲ ਦੀ। ਸੋ ਇਹਦਾ ਅਰਥ ਨਿਕਲਦਾ ਹੈ ਦੁੱਖ ਕਲੇਸ਼ ਅਤੇ ਡਰ ਨਹੀਂ ਵਿਆਪਦਾ। ਕਦੋਂ? ਗੁਰਮੰਤਰ ਹਿਰਦਾ ਹੋਏ, ਜਦੋਂ ਗੁਰੂ ਦਾ ਦਿੱਤਾ ਹੋਇਆ ਮੰਤਰ ਹਿਰਦੇ ਵਿੱਚ ਹੁੰਦਾ ਹੈ। ਕੋਟ ਯਤਨਾ ਕਰ ਰਹੇ, ਗੁਰ ਬਿਨ ਤਰਿਓ ਨ ਕੋਏ। ਕੋਟ ਯਤਨਾ ਕਰ ਰਹੇ, ਇੱਥੇ ਵਿਸ਼ਰਾਮ ਆਏਗਾ। ਗੁਰ ਬਿਨ ਤਰਿਓ ਨ ਕੋਏ। ਦੇਖ ਦਰਸ਼ਨ ਮਨ ਸਾਧਾਰੈ, ਦੋ ਵਿਸ਼ਰਾਮ ਆਉਣਗੇ ਤੁਕ ਵਿੱਚ। ਦੇਖ ਦਰਸ਼ਨ, ਦੇਖ ਦੇ ਖੱਖੇ ਨੂੰ ਸਿਹਾਰੀ ਹੈ, ਕਿਰਦੰਤ ਬਣ ਜਾਂਦਾ ਪੂਰਬ ਪੂਰਨ। ਇਹਦਾ ਅਰਥ ਨਿਕਲਦਾ ਹੈ ਦੇਖ ਕੇ, ਮਤਲਬ ਦਰਸ਼ਨ ਦੇਖ ਕੇ, ਇਹ ਅਰਥ ਨਿਕਲਦਾ ਹੈ। ਮਨ ਸਾਧਾਰ ਹੈ, ਮਨ ਦੇ ਨੰਨੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਦੇਖ ਦਰਸ਼ਨ ਮਨ ਸਾਧਾਰ ਹੈ। ਪਾਪ ਸਗਲੇ ਜਾਹਿ, ਜਾਹਿ ਹਾਹੇ ਨੂੰ ਸਿਹਾਰੀ ਨਾਸਕੀ ਹੋਏਗੀ, ਅਤੇ ਇਹਦਾ ਉਚਾਰਨ ਆਪਾਂ ਸਿਹਾਰੀ ਤੱਕ ਹੀ ਸੀਮਿਤ ਰੱਖਾਂਗੇ, ਇਹਨੂੰ ਆਪਾਂ ਲਾਂ ਵਾਲੇ ਪਾਸੇ ਨਹੀਂ ਲੈ ਕੇ ਜਾਵਾਂਗੇ। ਹਉ ਤਿਨ ਕੈ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਹਿ। ਹਉ ਤਿਨ ਕੈ ਬਲਿਹਾਰਣੈ, ਬਲਿਹਾਰਣੈ ਇੱਥੇ ਵਿਸ਼ਰਾਮ ਆਏਗਾ। ਜੇ ਗੁਰ ਕੀ ਪੈਰੀ ਪਾਹਿ, ਜੇ ਜਿਹਨੂੰ ਸਿਹਾਰੀ ਹੈ, ਸੋ ਇਹਦਾ ਉਚਾਰਨ ਆਪਾਂ ਲਾਂ ਵਾਲੇ ਪਾਸੇ ਤਬਦੀਲ ਨਹੀਂ ਕਰਾਂਗੇ। ਜੇ ਗੁਰ ਕੀ ਪੈਰੀ, ਪੈਰੀ ਪਾਠ ਕਰਾਂਗੇ ਆਪਾਂ, ਮਤਲਬ ਪੈਰਾਂ ਵਿੱਚ, ਚਰਨਾਂ ਵਿੱਚ। ਪਾਹੀ, ਪੱਪੇ ਕੰਨਾ ਹਾਹੇ ਨੂੰ ਸਿਹਾਰੀ। ਹਾਹੇ ਨੂੰ ਸਿਹਾਰੀ ਜਿਹੜੀ ਹੈ ਕਿਰਿਆ ਦੀ, ਇਹ ਲਾਂ ਵਿੱਚ ਤਬਦੀਲ ਹੋ ਕੇ ਲਮਕੇਗੀ ਨਹੀਂ, ਇਹਨੂੰ ਆਪਾਂ ਸਿਹਾਰੀ ਦਾ ਉਚਾਰਨ ਸਿਹਾਰੀ ਤੱਕ ਨਾਸਕੀ ਰੱਖਾਂਗੇ। ਪਾਹੀ ਇੱਦਾਂ। ਸਾਧ ਸੰਗਤ ਮਨ ਵਸੈ, ਸਾਚ ਹਰਿ ਕਾ ਨਾਉ। ਵਸੈ ਤੇ ਵਿਸ਼ਰਾਮ ਆਏਗਾ। ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਅਰਥ ਬਣੇਗਾ ਅਧਿਕਰਨ ਕਾਰਕ ਰੂਪ ਦੇ ਵਿੱਚ।
ਸੇਵਡ ਭਾਗੀ ਨਾਨਕਾ, ਇੱਥੇ ਵਿਸ਼ਰਾਮ ਆਏਗਾ। ਜਿਨਾ ਮਨ ਇਹ ਭਾਉ, ਜਿਨਾ ਮਨ ਇਹ ਭਾਉ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਅਧਿਕਰਨ ਕਾਰਕ, ਮਨ ਅੰਦਰ ਇਹ ਅਰਥ ਬਣੇਗਾ। ਸ੍ਰੀ ਰਾਗ ਮਹਲਾ ਪੰਜਵਾਂ। ਸੰਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਵਿਕਾਰ। ਸੰਚ ਹਰ ਧਨ, ਧਨ ਤੇ ਵਿਸ਼ਰਾਮ ਆਏਗਾ। ਪੂਜ ਸਤਿਗੁਰ, ਇੱਥੇ ਵਿਸ਼ਰਾਮ ਆਏਗਾ। ਛੋੜ ਸਗਲ ਵਿਕਾਰ, ਸੰਚ ਦੇ ਚੱਚੇ ਨੂੰ ਸਿਹਾਰੀ ਹੈ, ਮਤਲਬ ਸੰਚਣਾ ਕਰ। ਇਹ ਕਿਰਿਆ ਵਾ, ਤੇ ਕਿਰਿਆ ਵੀ ਪ੍ਰੇਰਨਾਰਥੀ ਕਿਰਿਆ ਹੈ। ਗੁਰੂ ਸਾਹਿਬ ਪ੍ਰੇਰਨਾ ਦੇ ਰਹੇ ਨੇ ਆਪਾਂ ਨੂੰ, ਵਰਤਮਾਨ ਕਾਲ ਦੀ ਕਿਰਿਆ ਹੈ ਇਹ। ਹਰ ਧਨ, ਧਨ ਦੇ ਨੰਨੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਜਿਨ ਤੂੰ ਸਾਜ ਸਵਾਰਿਆ, ਜਿਨ ਦੇ ਨੰਨੇ ਨੂੰ ਸਿਹਾਰੀ ਹੈ। ਇਹ ਵੀ ਕਰਤਾ ਕਾਰਕ ਪੜਨਾਮ ਦਾ ਰੂਪ ਬਣ ਜਾਂਦਾ, ਇੱਕ ਵਚਨ, ਮਤਲਬ ਜਿਸ ਨੇ। ਤੂੰ ਸਾਜ ਸਵਾਰਿਆ, ਸਾਜ ਦੇ ਜੱਜੇ ਨੂੰ ਸਿਹਾਰੀ ਹੈ, ਕਿਰਦੰਤ ਬਣ ਜਾਂਦਾ। ਪੂਰਵ ਪੂਰਨ, ਅਰਥ ਬਣਦਾ ਹੈ ਸਾਜ ਕੇ। ਜਿਨ ਤੂੰ ਸਾਜ ਸਵਾਰਿਆ, ਇੱਥੇ ਵਿਸ਼ਰਾਮ ਆਏਗਾ। ਹਰ ਸਿਮਰ ਹੋਏ ਉਧਾਰ, ਹਰ ਸਿਮਰ, ਸਿਮਰ ਦੇ ਰਾਰੇ ਨੂੰ ਸਿਹਾਰੀ ਹੈ। ਇਹ ਵੀ ਕਿਰਿਆ ਹੈ ਵਰਤਮਾਨ ਕਾਲ ਮੱਧਮ ਪੁਰਖ ਇੱਕ ਵਚਨ ਦੀ, ਤੇ ਪ੍ਰੇਰਨਾਰਥ ਇਸ ਦਾ ਰੂਪ ਹੈ। ਪ੍ਰੇਰਨਾ ਦਿੱਤੀ ਜਾ ਰਹੀ ਹੈ ਇਸ ਕਿਰਿਆ ਵਿੱਚ, ਮਤਲਬ ਤੂੰ ਸਿਮਰਿਆ ਕਰ। ਕਿਹਨੂੰ ਸਿਮਰਿਆ ਕਰ? ਹਰ ਸਿਮਰ, ਰੱਬ ਨੂੰ ਸਿਮਰਿਆ ਕਰ। ਸਿਮਰ ਕੇ ਕੀ ਹੁੰਦਾ? ਹੋਏ ਉਧਾਰ, ਉਧਾਰ ਹੋ ਜਾਂਦਾ ਹੈ। ਜਪ ਮਨ ਨਾਮ ਏਕ ਅਪਾਰ, ਜਪ ਮਨ, ਮਨ ਦਾ ਨੰਨਾ ਮੁਕਤਾ ਹੈ, ਸੰਬੋਧਨੀ ਕਾਰਕ ਹੈ। ਜਪ ਦੇ ਬੱਪੇ ਨੂੰ ਸਿਹਾਰੀ ਹੈ, ਜਪਿਆ ਕਰ ਕਿਰਿਆ ਹੈ। ਇਹ ਵੀ ਪ੍ਰੇਰਨਾ ਦੀ ਤੇ ਮੱਧਮ ਪੁਰਖ ਇੱਕ ਵਚਨੀ ਕਿਰਿਆ ਹੈ। ਇਹ ਨਾਮ ਏਕ ਮੁਰਾ ਅਪਾਰ, ਨਾਮ ਏਕ ਅਪਾਰ, ਨਾਮ ਏਕ ਅਪਾਰ, ਤਿੰਨੇ ਸ਼ਬਦਾਂ ਨੂੰ ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਪ੍ਰਾਨ ਮਨ ਤਨ ਜਿਨਹਿ ਦੀਆ, ਹਿਰਦੇ ਕਾ ਆਧਾਰ। ਪ੍ਰਾਨ ਮਨ ਤਨ ਜਿਨਹਿ ਦੀਆ, ਪ੍ਰਾਨ ਦਾ ਨੰਨਾ ਮੁਕਤਾ ਹੈ, ਬਹੁਵਚਨ ਸ਼ਬਦ ਹੈ। ਮਨ ਤਨ, ਮਨ ਤੇ ਤਨ ਦੇ ਨੰਨੇ ਨੂੰ ਔਂਕੜ ਹੈ, ਇੱਕ ਵਚਨ ਸ਼ਬਦ ਹਨ। ਜਿਨਹਿ ਦੀਆ, ਜਿਨਹਿ ਇਹ ਕਿਰਿਆ ਹੈ, ਖਿਮਾ ਕਰਨੀ ਸਾਧ ਸੰਗਤ, ਕਾਰਕ ਹੈ, ਤੇ ਕਾਰਕ ਵੀ ਕਰਤਾ ਕਾਰਕ ਹੈ। ਜਿਨਹਿ ਮਤਲਬ ਜਿਸ ਨੇ, ਦੀਆ ਹਿਰਦੇ ਕਾ ਆਧਾਰ ਰਹਾਓ। ਕਾਮ ਕ੍ਰੋਧ ਅਹੰਕਾਰ ਮਾਤੇ, ਕਾਮ ਤੇ ਕ੍ਰੋਧ ਤੇ ਅਹੰਕਾਰ ਤਿੰਨੇ ਸ਼ਬਦਾਂ ਦੇ ਅੰਤ ਵਿੱਚ ਸਿਹਾਰੀ ਹੈ। ਇਹ ਵੀ ਉਚਾਰਨ ਦਾ ਸੂਚਕ ਨਹੀਂ ਹੈ, ਇੱਥੇ ਅਰਥਬੋਧਕ ਹੈ, ਤੇ ਕਾਰਕ ਬਣਾ ਦਿੰਦੀ ਹੈ ਤਿੰਨੇ ਸ਼ਬਦਾਂ ਨੂੰ। ਅਧਿਕਰਨ ਕਾਰਕ, ਅਰਥ ਬਣਦਾ ਹੈ ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਵਿੱਚ। ਮਾਤੇ, ਮਾਤੇ ਤੇ ਵਿਸ਼ਰਾਮ ਆਏਗਾ, ਮਤਵਾਲੇ, ਮਸਤ। ਕਾਮ ਕ੍ਰੋਧ ਅਹੰਕਾਰ ਮਾਤੇ, ਵਿਆਪਿਆ ਸੰਸਾਰ, ਸੰਸਾਰ ਦੇ ਰਾਰੀ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਪਉ ਸੰਤ ਸ਼ਰਣੀ ਲਾਗ ਚਰਣੀ, ਮਿਟੈ ਦੁਖ ਅੰਧਾਰ। ਸ਼ਰਣੀ ਪਾਠ ਕਰਾਂਗੇ ਆਪਾਂ, ਸਰਣੀ ਪਾਠ ਨਹੀਂ ਕਰਾਂਗੇ। ਸ਼ਰਣੀ, ਸ਼ਰਨ ਹੋਇਆ ਕਰਦੀ ਹੈ। ਲਾਗ ਚਰਣੀ, ਲਾਗ ਦੇ ਗੱਗੇ ਨੂੰ ਔਂਕੜ ਹੈ ਸਾਧ ਸੰਗਤ, ਇੱਕ ਵਚਨ ਦਾ ਸੂਚਕ ਹੈ। ਮਿਟੈ ਦੁਖ ਅੰਧਾਰ, ਮਿਟੈ ਇੱਕ ਵਚਨ ਕਿਰਿਆ ਹੈ, ਮਿਟ ਜਾਂਦਾ ਹੈ ਵਰਤਮਾਨ ਕਾਲ। ਦੁਖ ਅੰਧਾਰ ਦੋਵਾਂ ਸ਼ਬਦਾਂ ਦੇ ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸਤ ਸੰਤੋਖ ਦਇਆ ਕਮਾਵੈ, ਇਹ ਕਰਨੀ ਸਾਰ। ਇਹ ਕਰਨੀ ਸਾਰ, ਇਹ ਦਾ ਹਾਹਾ ਮੁਕਤਾ ਹੈ, ਕਿਉਂਕਿ ਪੜਨਾਮੀ ਵਿਸ਼ੇਸ਼ਣ ਹੈ, ਤੇ ਇਹਨੂੰ ਇਸਤਰੀ ਲਿੰਗ ਰੂਪ 'ਚ ਵਰਤਿਆ ਗਿਆ ਹੈ। ਇਹ ਕਰਨੀ, ਕਿਹੜੀ ਕਰਨੀ? ਇਹ ਕਰਨੀ, ਕਿਹੜੀ ਕਰਨੀ? ਸਤ ਸੰਤੋਖ ਦਇਆ ਕਮਾਵੈ। ਸਤ ਸੰਤੋਖ ਦਇਆ ਨੂੰ ਕਮਾਉਣ ਵਾਲੀ ਕਰਨੀ ਹੈ ਜਿਹੜੀ, ਇਹ ਸਾਰ ਹੈ, ਮਤਲਬ ਸ੍ਰੇਸ਼ਟ ਹੈ, ਉੱਤਮ ਹੈ। ਆਪ ਛੋੜ ਸਭ ਹੋਏ ਰੇਣਾ, ਆਪ ਛੋੜ, ਛੋੜ ਦੇ ਦੱਡੇ ਨੂੰ ਸਿਹਾਰੀ, ਛੋੜ ਕੇ, ਛੱਡ ਕੇ, ਕਿਰਦੰਤ ਹੈ, ਪੂਰਵ ਪੂਰਨ। ਛੋੜ ਤੇ ਵਿਸ਼ਰਾਮ ਆਏਗਾ। ਆਪ ਛੋੜ ਸਭ ਹੋਏ ਰੇਣਾ, ਰੇਣਾ ਤੇ ਵਿਸ਼ਰਾਮ ਆਏਗਾ। ਜਿਸ ਦੇ ਪ੍ਰਭ ਨਿਰੰਕਾਰ, ਜਿਸ ਦੇ ਦੱਦੇ ਲਾਵਾਂ ਈੜੀ ਨੂੰ ਸਿਹਾਰੀ। ਇਹ ਵੀ ਇੱਥੇ ਕਿਰਿਆ ਹੈ ਸਾਧ ਸੰਗਤ, ਈੜੀ ਨੂੰ ਸਿਹਾਰੀ ਨਾਲ ਅਨਪੁਰਖ ਦੀ ਕਿਰਿਆ ਹੈ, ਇੱਕ ਵਚਨੀ ਕਿਰਿਆ ਹੈ ਵਰਤਮਾਨ ਕਾਲ ਦੀ, ਹੈ ਨਾ। ਤਾਂ ਪ੍ਰਭ ਨਿਰੰਕਾਰ, ਪ੍ਰਭ ਦੇ ਭੱਬੇ ਨੂੰ ਔਂਕੜ, ਨਿਰੰਕਾਰ ਦੇ ਰਾਰੇ ਨੂੰ ਔਂਕੜ, ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਜੋ ਦੀਸੈ ਸੋ ਸਗਲ ਤੂੰ ਹੈ, ਦੀਸੈ ਤੇ ਵਿਸ਼ਰਾਮ, ਤੂੰ ਹੈ ਇੱਥੇ ਵਿਸ਼ਰਾਮ। ਪਸਰਿਆ ਪਾਸਾਰ, ਪਾਸਾਰ ਦਾ ਰਾਰਾ ਔਂਕੜ ਸਹਿਤ ਇੱਕ ਵਚਨ। ਕਹੋ ਨਾਨਕ ਗੁਰ ਭਰਮ ਕਾਟਿਆ, ਕਹੋ ਨਾਨਕ ਇੱਥੇ ਵਿਸ਼ਰਾਮ। ਗੁਰ ਭਰਮ ਕਾਟਿਆ, ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਕਰਤਾ ਕਾਰਕ,
ਗੁਰੂ ਨੇ ਭਰਮ ਕੱਟ ਦਿੱਤਾ। ਇਹ ਅਰਥ ਬਣੇਗਾ, ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਵਿਚਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸ੍ਰੀ ਰਾਗ ਮਹਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਦੁਕ੍ਰਿਤ ਸੁਕ੍ਰਿਤ ਮੰਦੇ, ਮੰਦੇ ਇਸ ਸੰਬੰਧਕ ਨਾਲ ਆ ਗਿਆ ਸਾਧ ਸੰਗਤ, ਇਸ ਲਈ ਦੁਕ੍ਰਿਤ ਤੇ ਸੁਕ੍ਰਿਤ ਦੇ ਅੰਤ ਵਿੱਚ ਸਿਹਾਰੀ ਨਹੀਂ ਆਈ ਹੈ। ਸੰਸਾਰ ਸਗਲਾਣਾ, ਸੰਸਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਦੁਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਭਗਤ ਹੈ ਇੱਥੇ ਵਿਸ਼ਰਾਮ ਆਏਗਾ। ਦੁਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਇਹਦਾ ਪਾਠ ਕਰਾਂਗੇ। ਠਾਕੁਰ ਸਰਬੇ ਸਮਾਣਾ। ਠਾਕੁਰ ਇੱਕ ਵਚਨ ਪੁਲਿੰਗ ਹੈ ਰਾਰੇ ਨੂੰ ਔਂਕੜ ਕਰਕੇ, ਇਸ ਲਈ ਆਪਾਂ ਇਹ 'ਤੇ ਵਿਸ਼ਰਾਮ ਦੇ ਕੇ ਪਾਠ ਕਰਾਂਗੇ। ਠਾਕੁਰ ਸਰਬੇ ਸਮਾਣਾ। ਕਿਆ ਕਹਾਂ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ। ਕਿਆ ਕਹਾਂ, ਕਹਾਂ ਉੱਤਮ ਪੁਰਖ ਦੀ ਕਿਰਿਆ ਹੈ, ਇੱਕ ਵਚਨੀ, ਮਤਲਬ ਕਹਾਂ ਮੈਂ ਕਹਾਂ, ਮੈਂ ਕੀ ਆਖਾਂ। ਕਿਆ ਕਹਾਂ ਮੈਂ ਕੀ ਆਖਾਂ। ਸੁਣੋ ਮੈਂ ਕੀ ਸੁਣਾ। ਸੁਆਮੀ, ਹੇ ਸੁਆਮੀ, ਸੁਆਮੀ ਇੱਥੇ ਸੰਬੋਧਨੀ ਕਾਰਕ ਹੈ। ਹੇ ਸੁਆਮੀ ਜੀ, ਕੀ ਮੈਂ ਆਖਾਂ, ਕੀ ਮੈਂ ਸੁਣਾ। ਤੂੰ ਵੱਡ ਪੁਰਖ ਸੁਜਾਣਾ, ਤੂੰ ਬਹੁਤ ਵੱਡਾ ਸਿਆਣਾ ਹੈ, ਸਾਰੀਆਂ ਥਾਵਾਂ ਤੇ ਵਿਆਪਕ ਹੈ। ਰਹਾਉ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਇੱਦਾਂ ਪਾਠ ਕਰਾਂਗੇ ਆਪਾਂ। ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ। ਤਤ ਸਮਦਰਸ਼ੀ, ਸਮਦਰਸ਼ੀ ਪਾਠ ਕਰਾਂਗੇ, ਸਮਦਰਸੀ ਨਹੀਂ ਪੜਾਂਗੇ ਆਪਾਂ, ਸਮਦਰਸ਼ੀ ਸੰਤੋ। ਸੰਤੋਹ ਸ਼ਬਦ ਆ ਜਿਹੜਾ, ਇਹ ਸੰਬੋਧਨੀ ਕਾਰਕ ਹੈ ਬਹੁਵਚਨ ਦਾ ਸਾਧ ਸੰਗਤ, ਇਸ ਲਈ ਆਪਾਂ ਇਸ ਨੂੰ ਨਖੇੜ ਕੇ ਪਾਠ ਕਰਦੇ ਹਾਂ। ਸੰਤੋਹ। ਕੋਈ ਕੋਟ ਮੰਦਾਹੀ, ਕੋਟ ਦੇ ਟੈਂਕੇ ਨੂੰ ਸਿਹਾਰੀ ਹੈ। ਇਹਦਾ ਅਰਥ ਨਿਕਲਦਾ ਹੈ ਅਨਿਸ਼ਚਿਤ ਸੰਖਿਆ ਸੂਚਕ ਵਿਸ਼ੇਸ਼ਣ ਦੇ ਰੂਪ ਦੇ ਵਿੱਚ, ਕਰੋੜਾਂ ਅਰਥ ਬਣਦਾ ਇਸ ਦਾ। ਮੰਦਾਹੀ ਪਾਠ ਕਰਾਂਗੇ ਆਪਾਂ। ਕਹਿਨ ਕਹਾਵਨ ਇਹ ਕੀਰਤ ਕਰ ਲਾ। ਕਹਿਨ ਕਹਾਵਨ ਇੱਥੇ ਵਿਸ਼ਰਾਮ ਆਏਗਾ। ਇਹ ਕੀਰਤ, ਇਹੋ ਕੀਰਤ ਨਹੀਂ ਪੜਾਂਗੇ, ਇਹ ਕੀਰਤ। ਇਹ ਦੇ ਹਾਹੇ ਨੂੰ ਔਂਕੜ ਇੱਕ ਵਚਨ ਦਾ ਸੂਚਕ ਹੈ। ਕੀਰਤ ਦੇ ਤੱਤੇ ਨੂੰ ਸਿਹਾਰੀ ਇਸ ਦੇ ਇਸਤਰੀ ਲਿੰਗ ਰੂਪ ਹੋਣ ਦਾ ਸੂਚਕ ਹੈ। ਕੀਰਤ ਮਤਲਬ ਕੀਰਤੀ, ਵਡਿਆਈ, ਜਸ। ਕਥਨ ਕਹਿਣ ਤੇ ਮੁਕਤਾ। ਕਥਨ ਕਹਿਣ ਤੇ ਮੁਕਤਾ, ਇੱਦਾਂ ਪਾਠ ਕਰਾਂਗੇ ਵਿਸ਼ਰਾਮ ਦੇ ਕੇ। ਗੁਰਮੁਖ ਕੋਈ ਵਿਰਲਾ। ਗਤ ਅਵਗਤ ਕਛ ਨਦਰ ਨਾ ਆਇਆ। ਗਤ ਅਵਗਤ, ਅਵਗਤ ਪੜਾਂਗੇ ਇਹਨੂੰ ਆਪਾਂ ਇੱਥੇ। ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਇਹ ਤੁਕ ਦੇ ਅੰਦਰ ਨਾਨਕ ਸ਼ਬਦ ਤੋਂ ਪਹਿਲਾਂ ਤੇ ਪਿੱਛੋਂ ਦੋਵੇਂ ਥਾਵਾਂ ਤੇ ਵਿਸ਼ਰਾਮ ਆਏਗਾ ਇਸ ਤੁਕ ਅੰਦਰ। ਸ੍ਰੀ ਰਾਗ ਮਹਲਾ ਪੰਜਵਾਂ। ਘਰ ਸੱਤਵਾਂ। ਸੱਤਵੇਂ ਘਰ ਦੇ ਸ਼ਬਦ ਸ਼ੁਰੂ ਹੋ ਜਾਂਦੇ ਹਨ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਤੇਰਾ ਭਰੋਸਾ, ਦੁਲਾਵਾਂ। ਭੁੱਲਹਿ ਚੂਕਹਿ ਬਾਰਿਕ। ਭੁੱਲਹਿ ਚੂਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਬਾਰਿਕ ਤੇ ਵਿਸ਼ਰਾਮ ਆਏਗਾ। ਭੁੱਲਹਿ ਚੂਕਹਿ ਬਹੁਵਚਨੀ ਕਿਰਿਆ ਹਨ ਵਰਤਮਾਨ ਕਾਲ ਅਨੁਪੁਰਖ ਦੀਆਂ, ਇਸ ਲਈ ਆਪਾਂ ਇਹਨਾਂ ਦਾ ਉਚਾਰਨ ਨਾਸਕੀ ਕਰਦੇ ਹਾਂ। ਸੁਹੇਲਾ ਕਹਿਨ ਕਹਾਵਨ ਤੇਰਾ ਬਿਖਮ ਭਾਵਨ ਰਹਾਉ। ਇੱਦਾਂ ਪਾਠ ਕਰਾਂਗੇ ਆਪਾਂ। ਹਉ ਮਾਨ ਤਾਨ ਕਰਉ ਤੇਰਾ ਹਉ ਜਾਨੋ ਆਪਾ। ਹਉ, ਹਊ ਪਾਠ ਨਹੀਂ ਕਰਾਂਗੇ, ਹਉ ਇਹ ਪ੍ਰਣਾਮ ਹੈ ਸਾਧ ਸੰਗਤ ਉੱਤਮ ਪੁਰਖ ਦਾ, ਤਾਂ ਇਸ ਲਈ ਆਪਾਂ ਇਸ ਦਾ ਪਾਠ ਹਉ ਕਰਦੇ ਹਾਂ। ਹਉ ਮਾਨ ਤਾਨ ਕਰਉ ਤੇਰਾ। ਕਰਉ ਉੱਤਮ ਪੁਰਖ ਦੀ ਕਿਰਿਆ ਹੈ ਇੱਕ ਵਚਨੀ, ਇਸ ਲਈ ਆਪਾਂ ਇਹਦਾ ਪਾਠ ਨਾਸਕੀ ਕਰਦੇ ਹਾਂ। ਹਉ ਜਾਨੋ ਆਪਾ। ਜਾਨੋ ਇਹ ਵੀ ਉੱਤਮ ਪੁਰਖ ਦੀ ਕਿਰਿਆ ਹੈ, ਤਾਂ ਇਹਦਾ ਉਚਾਰਨ ਵੀ ਆਪਾਂ ਨਾਸਕੀ ਕਰਾਂਗੇ। ਸਭ ਹੀ ਮਦ ਸਭਹ ਤੇ ਬਾਹਰ। ਸਭ ਹੀ ਮਦ ਸਭਹ ਤੇ ਬਾਹਰ, ਇੱਥੇ ਦੋ ਵਿਸ਼ਰਾਮ ਆਉਣਗੇ। ਸਭ ਹੀ ਮਦ ਇੱਥੇ, ਸਭਹ ਤੇ ਬਾਹਰ। ਸਭਹ ਸੱਸਾ ਬਾਹਾ ਇਹਨੂੰ ਸਿਹਾਰੀ, ਇਹਦਾ ਉਚਾਰਨ ਆਪਾਂ ਨਾਸਕੀ ਨਹੀਂ ਕਰਾਂਗੇ। ਸਮੇਂ ਪਾਠ ਨਹੀਂ ਕਰਾਂਗੇ ਆਪਾਂ, ਸਭਹ ਤੇ ਬਾਹਰ। ਹਾਹੇ ਦਾ ਉਚਾਰਨ ਵੀ ਆਏਗਾ ਤੇ ਹਾਹੇ ਨੂੰ ਸਿਹਾਰੀ ਦਾ ਉਚਾਰਨ ਵੀ ਦੁਲਾਵਾਂ 'ਚ ਤਬਦੀਲ ਹੋ ਕੇ ਬੋਲੇਗਾ। ਸਭਹ ਤੇ ਬਾਹਰ ਬੇਮੋਹਤਾਜ ਬਾਪਾ। ਬੇਮੋਹਤਾਜ ਬਾਪਾ ਇੱਦਾਂ ਪਾਠ ਕਰਾਂਗੇ। ਪਿਤਾ ਹਉ ਜਾਨੋ ਨਾਹੀਂ ਤੇਰੀ ਕਵਨ ਜੁਗਤਾ। ਪਿਤਾ ਇੱਥੇ ਵਿਸ਼ਰਾਮ ਆਏਗਾ ਕਿਉਂਕਿ ਇਹ ਸੰਬੋਧਨੀ ਕਾਰਕ ਹੈ। ਹਉ ਜਾਨੋ ਨਾਹੀਂ, ਹਉ ਮੈਂ ਉੱਤਮ ਪੁਰਖ ਦਾ ਪੜਨਾਮ ਹੈ। ਜਾਨੋ ਨਾਹੀਂ, ਜਾਨੋ ਕਿਰਿਆ ਹੈ ਉੱਤਮ ਪੁਰਖ ਇੱਕ ਵਚਨ ਵਰਤਮਾਨ ਕਾਲ ਦੀ, ਇਸ ਲਈ ਆਪਾਂ ਇਸ ਦਾ ਉਚਾਰਨ ਨਾਸਕੀ ਕਰਾਂਗੇ। ਹਉ ਜਾਨੋ ਨਾਹੀਂ ਤੇਰੀ ਕਵਨ ਜੁਗਤਾ।
ਬੰਧਨ ਮੁਕਤ ਸੰਤੋਹ ਮੇਰੀ ਰਾਖੈ ਮਮਤਾ। ਬੰਧਨ ਮੁਕਤ ਸੰਤੋਹ, ਸੰਤੋਹ ਸ਼ਬਦ ਇੱਥੇ ਸੰਬੋਧਨੀ ਕਾਰਕ ਹੈ, ਬਹੁਵਚਨੀ, ਤਾਂ ਆਪਾਂ ਇਸ ਨੂੰ ਨਖੇੜ ਕੇ ਪੜਾਂਗੇ। ਬੰਧਨ ਮੁਕਤ ਸੰਤੋਹ ਮੇਰੀ ਰਾਖੈ ਮਮਤਾ। ਰਾਖੈ ਇੱਕ ਵਚਨੀ ਕਿਰਿਆ ਹੈ, ਅਨਪੁਰਖ ਦੀ, ਵਰਤਮਾਨ ਕਾਲ ਦੀ। ਰੱਖਦਾ ਹੈ, ਇਹ ਅਰਥ ਨਿਕਲਦੇ ਆ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ। ਭਏ ਕਿਰਪਾਲ ਠਾਕੁਰ, ਇੱਥੇ ਵਿਸ਼ਰਾਮ ਆਏਗਾ। ਠਾਕੁਰ ਕੱਕੇ ਨੂੰ ਔਂਕੜ ਇਹਦਾ ਬੋਲੇਗਾ। ਠਾਕੁਰ ਪਾਠ ਕਰਾਂਗੇ, ਠਾਕਰ ਪਾਠ ਨਹੀਂ ਕਰਾਂਗੇ, ਠਾਕੁਰ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਗੁਰ ਮਿਲ, ਮਿਲ ਦੇ ਲੱਲੇ ਨੂੰ ਸਿਹਾਰੀ ਹੈ, ਅਰਥ ਨਿਕਲੇਗਾ ਮਿਲ ਕੇ। ਪੂਰਬ ਪੂਰਨ ਕਿਰਦੰਤ ਰੂਪ ਦੇ ਵਿੱਚ ਨਾਨਕ ਸ਼ਬਦ ਨੂੰ ਆਪਾਂ ਨਖੇੜ ਕੇ ਪੜਾਂਗੇ। ਗੁਰੂ ਸਾਹਿਬ ਦਾ ਨਾਮ ਹੈ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ੍ਰੀ ਰਾਗ ਮਹਲਾ ਪੰਜਵਾਂ, ਘਰ ਪਹਿਲਾ। ਪਹਿਲੇ ਘਰ ਦੇ ਸ਼ਬਦ ਅੱਗੇ ਸ਼ੁਰੂ ਹੋ ਗਏ ਹਨ। ਸਾਧ ਸੰਗਤ, ਸੰਤ ਜਨਾ ਮਿਲ ਭਾਈਆਂ ਕਟਿਆੜਾ ਜਮਕਾਲ। ਸੰਤ ਜਨਾ ਮਿਲ ਭਾਈਆਂ, ਜਨਾ ਤੇ ਭਾਈਆਂ ਬਹੁਵਚਨੀ ਸ਼ਬਦ ਹਨ, ਤਾਂ ਨਾਸਕੀ ਸਹਿਤ ਉਚਾਰਨ ਹੋਣਗੇ। ਸੰਤ ਜਨਾ ਮਿਲ ਭਾਈਆਂ, ਮਿਲ ਦੇ ਲੱਲੇ ਨੂੰ ਸਿਹਾਰੀ ਹੈ, ਫਿਰ ਤੋਂ ਇਹ ਪੂਰਵ ਪੂਰਨ ਕਿਰਦੰਤ ਬਣ ਜਾਂਦਾ, ਅਰਥ ਨਿਕਲਦਾ ਹੈ ਮਿਲ ਕੇ, ਭਾਈਆਂ। ਕਟਿਆੜਾ ਜਮਕਾਲ, ਸੱਚਾ ਸਾਹਿਬ ਮਨ ਬੁੱਠਾ। ਸੱਚਾ ਸਾਹਿਬ, ਸਾਹਿਬ ਦੇ ਬੱਬੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਹੋਆ ਖਸਮ ਦਇਆਲ ਪੂਰਾ ਸਤਿਗੁਰ ਭੇਟਿਆ। ਇੱਥੇ ਵਿਸ਼ਰਾਮ। ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ। ਹਉ ਤੁਧ ਵਿਟਹੁ ਕੁਰਬਾਨ ਮੇਰੇ ਸਤਿਗੁਰਾ। ਸੰਬੋਧਨੀ ਕਾਰਕ ਹੈ, ਮੱਧਮ ਪੁਰਖ ਦਾ, ਤਾਂ ਆਪਾਂ ਇਸ ਦਾ ਪਾਠ ਨਖੇੜ ਕੇ ਕਰਾਂਗੇ। ਮੇਰੇ ਸਤਿਗੁਰਾ ਹਉ ਤੁਧ ਵਿਟਹੁ ਕੁਰਬਾਨ। ਵਿਟਹੁ ਸੰਬੰਧਕ ਹੈ, ਨਾਸਕੀ ਉਚਾਰਨ ਹੋਏਗਾ। ਤੇਰੇ ਦਰਸ਼ਨ ਕਉ ਬਲਿਹਾਰਨੈ। ਤੇਰੇ ਦਰਸ਼ਨ ਕਉ ਬਲਿਹਾਰਨੈ, ਇੱਥੇ ਵਿਸ਼ਰਾਮ ਆਏਗਾ। ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਤੁਸ ਦਿੱਤਾ ਅੰਮ੍ਰਿਤ ਨਾਮ। ਤੁਸ ਸ਼ਬਦ ਹੈ ਜਿਹੜਾ, ਇਹਨੂੰ ਆਪਾਂ ਥੋੜ੍ਹਾ ਵਜਨ ਦੇ ਕੇ ਪਾਠ ਕਰਾਂਗੇ, ਕਿਉਂਕਿ ਇਹਦਾ ਅਰਥ ਹੁੰਦਾ ਤਰੁੱਠ ਕੇ। ਤੁਸ ਦਿੱਤਾ, ਤੁਸ ਦੇ ਸੱਸੇ ਨੂੰ ਸਿਹਾਰੀ ਹੈ, ਤਰੁੱਠ ਕੇ ਅਰਥ ਬਣੇਗਾ ਇਹਦਾ। ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਜਿਨ ਤੂੰ ਸੇਵਿਆ ਭਾਉ ਕਰ। ਇੱਥੇ ਵਿਸ਼ਰਾਮ ਆਏਗਾ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ। ਜਿਨ ਬਹੁਵਚਨੀ ਪੜਨਾਉ ਹੈ, ਮਤਲਬ ਜਿਨ੍ਹਾਂ ਨੇ। ਤਿਨਾਂ ਪਿੱਛੇ ਛੁਟੀ ਹੈ, ਤਿਨਾਂ ਪਿੱਛੇ ਛੁਟੀ ਹੈ, ਇੱਥੇ ਵਿਸ਼ਰਾਮ ਆਏਗਾ। ਜਿਨ ਅੰਦਰ ਨਾਮ ਨਿਧਾਨ। ਨਾਮ ਨਿਧਾਨ ਅੰਤ ਵਿੱਚ ਔਂਕੜ ਹੈ, ਇੱਕ ਵਚਨ ਦਾ ਸੂਚਕ। ਗੁਰ ਜੀਵਟ ਦਾਤਾ ਕੋ ਨਹੀਂ, ਇੱਥੇ ਵਿਸ਼ਰਾਮ ਆਏਗਾ। ਜਿਨ ਦਿੱਤਾ ਆਤਮ ਦਾਨ। ਜਿਨ ਨੰਨੇ ਨੂੰ ਸਿਹਾਰੀ, ਕਰਤਾ ਕਾਰਕ, ਇੱਕ ਵਚਨ ਪੁਲਿੰਗ। ਜਿਨ ਮਤਲਬ ਜਿਸ ਨੇ। ਦਿੱਤਾ ਆਤਮ ਦਾਨ, ਦਾਨ ਦੇ ਨੰਨੇ ਨੂੰ ਔਂਕੜ, ਇੱਕ ਵਚਨ ਪੁਲਿੰਗ ਦਾ ਸੂਚਕ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਆਏ ਸੇ ਪ੍ਰਵਾਨ ਹੈ, ਪ੍ਰਵਾਨ ਨਾਣੇ ਨੂੰ ਔਂਕੜ, ਇੱਕ ਵਚਨ। ਵਿਸ਼ੇਸ਼ਣ ਹੈ ਸਾਧ ਸੰਗਤ, ਕਿਰਿਆ ਵਿਸ਼ੇਸ਼ਣ। ਆਏ ਸੇ ਪ੍ਰਵਾਨ ਹੈ, ਇੱਥੇ ਵਿਸ਼ਰਾਮ ਆਏਗਾ। ਹਹੇ ਪਾਠ ਨਹੀਂ ਕਰਨਾ, ਹਾਹਾ ਹਾਹੀ ਨੂੰ ਸਿਹਾਰੀ। ਹਹੇ ਪਾਠ ਨਹੀਂ ਕਰਨਾ, ਇਹਦਾ ਹੈ ਪਾਠ ਹੋਏਗਾ। ਕਿਰਿਆ ਬਣੇਗੀ ਇਹ ਵਰਤਮਾਨ ਕਾਲ ਦੀ। ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰੱਤਿਆਂ। ਰੱਤਿਆਂ ਰੰਗੇ ਗਿਆਂ, ਇਹ ਪਾਠ ਹੋਏਗਾ ਇਸਦਾ। ਰੱਤਿਆਂ ਦਰਗਾਹ ਬੈਸਣ ਜਾਏ, ਇਹਨੂੰ ਦਰਗਾਹ ਨਹੀਂ ਪੜਾਂਗੇ, ਦਰਗਾਹ ਬੈਸਣ ਜਾਏ। ਕਰਤੇ ਹੱਥ ਵਡਿਆਈਆਂ। ਵਡਿਆਈਆਂ ਬਹੁਵਚਨ ਸ਼ਬਦ ਹੈ, ਨਾਸਕੀ ਪਾਠ ਹੋਏਗਾ। ਪੂਰਬ ਲਿਖਿਆ ਪਾਏ। ਸੱਚ ਕਰਤਾ, ਸੱਚ ਕਰਨਹਾਰ, ਇੱਥੇ ਵਿਸ਼ਰਾਮ ਆਏਗਾ। ਸੱਚ ਕਰਤਾ, ਇੱਥੇ ਸੱਚ ਕਰਨਹਾਰ, ਇੱਥੇ ਸੱਚ ਸਾਹਿਬ, ਇੱਥੇ ਵਿਸ਼ਰਾਮ ਆਏਗਾ। ਸੱਚ ਟੇਕ, ਅੰਤ ਵਿੱਚ ਔਂਕੜ ਜਿਹੜੀ ਜਾ ਰਹੀ ਹੈ, ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸੱਚੋ ਸੱਚ ਵਖਾਣੀਐ, ਇੱਥੇ ਵਿਸ਼ਰਾਮ ਆਏਗਾ। ਸੱਚੋ ਬੁੱਧ ਵਿਵੇਕ। ਸਰਬ ਨਿਰੰਤਰ ਰਵ ਰਹਿਆ, ਇੱਥੇ ਵਿਸ਼ਰਾਮ ਆਏਗਾ। ਜਪ ਨਾਨਕ ਜੀਵੈ ਏਕ। ਜਪ ਨਾਨਕ, ਨਾਨਕ ਸ਼ਬਦ ਨਖੇੜ ਕੇ ਪੜਾਂਗੇ। ਜੀਵੈ ਏਕ। ਸ੍ਰੀ ਰਾਗ ਮਹਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਗੁਰ ਪਰਮੇਸ਼ਰ ਪੂਜੀਐ, ਪਰਮੇਸ਼ਰ ਸੱਸੇ ਨੂੰ ਔਂਕੜ ਹੈ, ਰਾਰੇ ਨੂੰ ਔਂਕੜ ਹੈ। ਪਰਮੇਸ਼ਰ ਪਾਠ ਕਰਾਂਗੇ ਆਪਾਂ।
ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਮਨ ਤਨ ਲਾਏ ਪਿਆਰ, ਮਨ ਤੇ ਤਨ ਨੰਨੇ ਨੂੰ ਸਿਹਾਰੀ ਹੈ। ਦੋਵੇਂ ਥਾਵਾਂ ਤੇ ਅਰਥ ਬਣਦਾ ਹੈ ਮਨ ਅੰਦਰ ਤਨ ਅੰਦਰ, ਅਧਿਕਰਨ ਕਾਰਕ ਰੂਪ ਦੇ ਵਿੱਚ। ਲਾਏ ਪਿਆਰ, ਪਿਆਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਦਾ ਸੂਚਕ ਹੈ। ਸਤਿਗੁਰ ਦਾਤਾ ਜੀ ਕਾ, ਸਤਿਗੁਰ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ। ਸਭ ਸੈ ਦੇ ਆਧਾਰ, ਸਭ ਸੈ ਦੇ ਆਧਾਰ ਦਾ ਦਿਲਾਵਾ ਈੜੀ ਨੂੰ ਸਿਹਾਰੀ ਨੂੰ ਦੇਈ ਪਾਠ ਨਹੀਂ ਕਰਾਂਗੇ, ਦੇ ਆਧਾਰ ਇੱਦਾਂ ਪਾਠ ਕਰਾਂਗੇ। ਸਤਿਗੁਰ ਬਚਨ ਕਮਾਵਣੇ, ਇੱਥੇ ਵਿਸ਼ਰਾਮ ਆਏਗਾ। ਸੱਚਾ ਇਹ ਵਿਚਾਰ, ਇਹੋ ਵਿਚਾਰ ਪਾਠ ਨਹੀਂ ਕਰਾਂਗੇ, ਸੱਚਾ ਇਹ ਵਿਚਾਰ ਈੜੀ ਲਾਵਾਂ ਹਾਹੀ ਨੂੰ ਔਂਕੜ, ਹਾਹੀ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਸਾਧ ਸੰਗਤ ਵਿਚਾਰ ਦੇ ਰਾਰੇ ਨੂੰ ਔਂਕੜ ਇਹ ਵੀ ਇੱਕ ਵਚਨ ਦਾ ਸੂਚਕ ਹੈ। ਬਿਨ ਸਾਧੂ ਸੰਗਤ ਰਤਿਆਂ, ਬਿਨ ਸਾਧੂ ਸੰਗਤ ਰਤਿਆਂ ਇੱਥੇ ਵਿਸ਼ਰਾਮ ਆਏਗਾ, ਇਹਨੂੰ ਆਪਾਂ ਰਤਿਆਂ ਨਾਸਕੀ ਪਾਠ ਕਰਾਂਗੇ। ਮਾਇਆ ਮੋਹ ਸਭ ਸ਼ਾਰ, ਮਾਇਆ ਮੋਹ, ਮੋਹ ਹਾਹੀ ਨੂੰ ਔਂਕੜ ਇੱਕ ਵਚਨ ਪੁਲਿੰਗ, ਸਭ ਸ਼ਾਰ ਦੋਵਾਂ ਥਾਵਾਂ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਮੇਰੇ ਸਾਜਨ ਸੰਬੋਧਨੀ ਕਾਰਕ ਹੈ, ਇੱਥੇ ਵਿਸ਼ਰਾਮ ਆਏਗਾ। ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸੰਭਾਲ ਇੱਦਾਂ ਪਾਠ ਕਰਾਂਗੇ ਆਪਾਂ। ਕਿਰਿਆ ਹੈ ਆਪਣਾ ਵਰਤਮਾਨ ਕਾਲ ਦੀ, ਮੱਧਮ ਪੁਰਖ ਦੀ ਕਿਰਿਆ ਹੈ ਪ੍ਰੇਰਨਾਰਥਕ। ਸਾਧੂ ਸੰਗਤ ਮਨ ਵਸੈ, ਵਸੈ ਇੱਥੇ ਵਿਸ਼ਰਾਮ ਆਏਗਾ। ਮਨ ਨੰਨੇ ਨੂੰ ਸਿਹਾਰੀ, ਮਨ ਅੰਦਰ, ਸੰਗਤ ਦੇ ਤੱਤੇ ਨੂੰ ਸਿਹਾਰੀ ਮਤਲਬ ਸੰਗਤ ਵਿੱਚ। ਪੂਰਨ ਹੋਵੈ ਘਾਲ ਰਹਾਓ, ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ। ਗੁਰ ਸਮਰੱਥ ਵਿਸ਼ਰਾਮ, ਅਪਾਰ ਗੁਰ ਵਿਸ਼ਰਾਮ, ਵਡਭਾਗੀ ਦਰਸ਼ਨ ਹੋਏ। ਗੁਰ ਅਗੋਚਰ ਨਿਰਮਲਾ ਇੱਥੇ ਵਿਸ਼ਰਾਮ। ਗੁਰ ਜੇਵੜ ਅਵਰ ਨ ਕੋਏ, ਜੇਵੜ ਅਵਰ ਅਗੋਚਰ ਗੁਰ, ਇਹਨਾਂ ਸਾਰੀਆਂ ਥਾਵਾਂ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਗੁਰ ਕਰਤਾ ਵਿਸ਼ਰਾਮ, ਗੁਰ ਕਰਨਹਾਰ ਵਿਸ਼ਰਾਮ, ਗੁਰਮੁਖ ਸੱਚੀ ਸੋਏ। ਗੁਰ ਤੇ ਬਾਹਰ ਕਿਛ ਨਹੀਂ ਵਿਸ਼ਰਾਮ, ਗੁਰ ਕੀਤਾ ਲੋੜੇ ਸੋ ਹੋਏ। ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸ਼ਾ ਪੂਰਨਹਾਰ, ਸਾਰੀਆਂ ਥਾਵਾਂ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸਾਧ ਸੰਗਤ ਗੁਰਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ। ਗੁਰਦਾਤਾ ਵਿਸ਼ਰਾਮ, ਹਰ ਨਾਮ ਦੇ ਵਿਸ਼ਰਾਮ, ਉਧਰੈ ਸਭ ਸੰਸਾਰ ਦੇ। ਇਹ ਫਿਰ ਕਿਰਿਆ ਹੈ ਇੱਕ ਵਚਨੀ, ਅਨਪੁਰਖ ਦੀ ਕਿਰਿਆ ਹੈ। ਸਾਧ ਸੰਗਤ ਵਰਤਮਾਨ ਕਾਲ ਇੱਕ ਵਚਨੀ ਕਿਰਿਆ ਹੈ, ਪਰ ਇਹ ਨਿਸ਼ਚਿਤ ਰੂਪ ਦੇ ਵਿੱਚ ਵਰਤੀ ਗਈ ਹੈ। ਮਤਲਬ ਗੁਰੂ ਬਾਰੇ ਦੱਸਿਆ ਗਿਆ, ਗੁਰਦਾਤਾ ਵੀ ਗੁਰੂ ਦਾਤਾ ਹੈ ਹਰ ਨਾਮ ਦੇ, ਹਰੀ ਦਾ ਨਾਮ ਦਿੰਦਾ ਹੈ ਗੁਰੂ। ਉਧਰ ਸਭ ਸੰਸਾਰ, ਇਸ ਨਾਮ ਦੀ ਰਾਹੀਂ ਫਿਰ ਸਾਰਾ ਸੰਸਾਰ ਉਧਰ ਜਾਂਦਾ, ਤਰ ਜਾਂਦਾ ਹੈ। ਗੁਰ ਸਮਰੱਥ, ਗੁਰ ਨਿਰੰਕਾਰ ਵਿਸ਼ਰਾਮ, ਗੁਰ ਊਚਾ ਅਗੰਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ, ਇੱਥੇ ਵਿਸ਼ਰਾਮ ਲਓ। ਅਗਮ ਨਹੀਂ ਪੜਾਂਗੇ, ਅਗੰਮ ਮਤਲਬ ਗੰਮਤਾ ਤੋਂ ਪਰੇ, ਪਹੁੰਚ ਤੋਂ ਪਰੇ। ਕਿਆ ਕਥੇ ਕਥਨ ਹਾਰ, ਜਿਤੜੇ ਫਲ ਮਨ ਬਾਂਛੀਐ ਵਿਸ਼ਰਾਮ, ਤਿਤੜੇ ਸਤਿਗੁਰ ਪਾਸ। ਜਿਤੜੇ, ਜਿਤੜੇ ਸ਼ਬਦ ਹੈ ਜਿਹੜਾ ਇੱਥੇ ਇਹ ਸਾਧ ਸੰਗਤ ਵਿਸ਼ੇਸ਼ਣ ਹੈ, ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਹੈ। ਇਹਦਾ ਅਰਥ ਨਿਕਲਦਾ ਜਿੰਨੇ ਵੀ ਫਲ ਮਨ ਵਾਂਛੀਅਸ, ਪ੍ਰਮਾਣਵਾਚਕ ਨਹੀਂ ਖਿਮਾ ਕਰਨੀ, ਸੰਖਿਆ ਸੂਚਕ ਹੈ ਇਹ। ਤਿਤੜੇ ਸਤਿਗੁਰ ਪਾਸ, ਤਿਤੜੇ ਮਤਲਬ ਓਨੇ ਹੀ, ਇਹ ਵੀ ਵਿਸ਼ੇਸ਼ਣ ਹੈ, ਅਨਿਸ਼ਚਿਤ ਸੰਖਿਆ ਸੂਚਕ। ਸਤਿਗੁਰ ਪਾਸ, ਪਾਸ ਦੇ ਸੱਸੇ ਨੂੰ ਸਿਹਾਰੀ ਹੈ, ਉਚਾਰਨ ਦਾ ਹਿੱਸਾ ਨਾ ਹੋ ਕੇ ਅਰਥਾਂ ਦਾ ਹਿੱਸਾ ਹੈ। ਪੂਰਬ ਲਿਖੇ ਪਾਵਣੇ, ਇੱਥੇ ਵਿਸ਼ਰਾਮ। ਸੱਚ ਨਾਮ, ਸਾਚ ਨਾਮ ਦੇ ਰਾਸ, ਸਾਚ ਨਾਮ, ਸਾਚ ਨਾਮ ਦੋਵਾਂ ਥਾਵਾਂ ਤੇ ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਰਾਸ ਦੇ ਸੱਸੇ ਨੂੰ ਸਿਹਾਰੀ ਹੈ, ਅਰਥ ਬਣਦਾ ਹੈ ਰਾਸ਼ੀ, ਅਰਥਾਂ ਦੀ ਸੂਚਕ ਹੈ। ਸਤਿਗੁਰ ਸ਼ਰਣੀ ਆਏ ਆ, ਇੱਥੇ ਵਿਸ਼ਰਾਮ ਹੈ। ਬਹੁੜ ਨਹੀਂ ਵਿਨਾਸ਼, ਸਤਿਗੁਰ ਸ਼ਰਣੀ ਆਇਆ, ਆਇਆ ਪਾਠ ਹੋਏਗਾ, ਆਇਆ ਪਾਠ ਨਹੀਂ ਹੋਏਗਾ। ਆਇਆ ਮਤਲਬ ਆਉਣ ਨਾਲ, ਕਰਨ ਕਾਰਕ ਰੂਪ ਦੇ ਵਿੱਚ ਇਸ ਕਿਰਿਆ ਦੇ ਅਰਥ ਨਿਕਲਣਗੇ। ਬਾਹੁੜ ਨਹੀਂ ਵਿਨਾਸ਼, ਹਰ ਨਾਨਕ ਕਦੇ ਨਾ ਵਿਸਰਾਂ, ਇਹ ਜੀਓ ਪਿੰਡ ਤੇਰਾ ਸਾਸ। ਹਰ ਵਿਸ਼ਰਾਮ, ਨਾਨਕ ਵਿਸ਼ਰਾਮ, ਕਦੇ ਨਾ ਵਿਸਰਾਂ, ਵਿਸਰਾਂ ਪਾਠ ਹੋਏਗਾ। ਉੱਤਮ ਪੁਰਖ ਦੀ ਕਿਰਿਆ ਹੈ ਇੱਕ ਵਚਨੀ ਵਰਤਮਾਨ ਕਾਲ ਦੀ।
ਇਹਦਾ ਭਾਵ ਬਣਦਾ ਹੈ ਕਿ ਮੈਂ ਕਦੇ ਵੀ ਹਰ ਨੂੰ ਨਾ ਵਿਸਰਾਂ। ਇਹ ਜੀਓ ਪਿੰਡ ਤੇਰਾ ਸਾਸ, ਜੀਓ ਪਿੰਡ ਤੇਰਾ, ਜੀਓ ਤੇ ਪਿੰਡ ਤੇਰਾ ਹੈ, ਸਾਸ ਵੀ ਤੇਰੇ ਹਨ। ਸ੍ਰੀ ਰਾਗ ਮਹਲਾ ਪੰਜਵਾਂ। ਸੰਤ ਜਨੋ ਸੁਣ ਭਾਈ ਹੋ, ਸੰਤ ਜਨੋ ਪਾਠ ਹੋਏਗਾ, ਜਾਂ ਜਨ ਨਾ ਹਾਹੇ ਔਂਕੜ, ਨਾਸਕੀ ਉਚਾਰਨ ਹੋਏਗਾ ਜਨੋ। ਸੁਣ ਭਾਈ ਹੋ, ਭਾਈ ਹੋ ਹਾਹੀ ਨੂੰ ਹੋੜਾ ਹੈ, ਸੋ ਭਾਈ ਹੋ ਬੋਲਾਂਗੇ। ਇੱਥੇ ਵਿਸ਼ਰਾਮ ਆ ਜਾਏਗਾ। ਛੂਟਨ ਸੱਚ ਹੈ ਨਾਏ, ਨਾਏ ਪਾਠ ਹੋਏਗਾ। ਗੁਰ ਕੇ ਚਰਨ ਸਰੇਵਣੇ ਵਿਸ਼ਰਾਮ, ਤੀਰਥ ਹਰ ਕਾ ਨਾਉ, ਨਾਉ ਨਾਸਕੀ ਪਾਠ ਹੋਏਗਾ। ਅੱਗੇ ਦਰਗਾਹ ਮੰਨੀਐ, ਆਗੈ ਖਿਮਾ ਕਰਨੀ, ਆਗੈ ਦਰਗਾਹ ਮੰਨੀਐ, ਦਰਗਾਹ ਹਾਹੇ ਨੂੰ ਸਿਹਾਰੀ ਹੈ, ਅਧਿਕਰਨ ਕਾਰਕ ਬਣ ਜਾਂਦਾ, ਅਰਥ ਬਣਦਾ ਹੈ ਦਰਗਾਹ ਅੰਦਰ। ਆਗੈ ਦਰਗਾਹ ਮੰਨੀਐ, ਮਿਲੈ ਨਿਥਾਵੇਂ ਥਾਉ, ਭਾਈ ਰੇ ਵਿਸ਼ਰਾਮ ਆਏਗਾ, ਸੰਬੋਧਨ ਕਾਰਕ ਹੈ। ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ ਵਿਸ਼ਰਾਮ, ਪੂਰਨ ਅਲਖ ਅਭੇਵ ਰਹਾਉ। ਸਤਿਗੁਰ ਵਿਟੋਂ ਵਾਰਿਆ, ਵਿਟੋਂ ਪਾਠ ਕਰਾਂਗੇ ਨਾਸਕੀ। ਜਿਨ ਦਿੱਤਾ ਸਚ ਨਾਉ, ਜਿਨ ਨੰਨੇ ਨੂੰ ਸਿਹਾਰੀ, ਕਰਤਾ ਕਰਕੇ ਇੱਕ ਵਚਨ ਪੁਲਿੰਗ ਪੜਨਾਵੀ ਰੂਪ ਹੈ। ਜਿਨ ਦਿੱਤਾ ਸਚ ਨਾਉ, ਸੱਚ ਚੱਚੇ ਨੂੰ ਔਂਕੜ, ਇੱਕ ਵਚਨ ਪੁਲਿੰਗ ਦਾ ਸੂਚਕ। ਅਨਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਓ। ਅਨਦਿਨ ਸੱਚ ਸਲਾਹਣਾ, ਇੱਥੇ ਵਿਸ਼ਰਾਮ। ਸੱਚੇ ਕੇ ਗੁਣ ਗਾਓ, ਗਾਓ ਮੈਂ ਗਾਵਾਂ, ਉੱਤਮ ਪੁਰਖ ਦੀ ਕਿਰਿਆ ਵਰਤਮਾਨ ਕਾਲ ਦੀ ਹੈ, ਬੇਨਤੀ ਰੂਪ ਦੀ ਹੈ। ਸੱਚ ਖਾਣਾ ਵਿਸ਼ਰਾਮ, ਸੱਚ ਪਹਿਨਣਾ ਵਿਸ਼ਰਾਮ, ਸੱਚੇ ਸੱਚਾ ਨਾਉ। ਸਾਸ ਗਿਰਾਸ ਨਾ ਵਿਸਰੈ, ਇੱਥੇ ਵਿਸ਼ਰਾਮ ਆਏਗਾ। ਸਾਸ ਤੇ ਗਿਰਾਸ ਅੰਤ ਵਿੱਚ ਸੱਸੇ ਨੂੰ ਸਿਹਾਰੀ ਹੈ ਦੋਵਾਂ ਥਾਵਾਂ ਤੇ। ਕਰਨ ਕਾਰਕ ਦੇ ਰੂਪ 'ਚ ਅਰਥ ਨਿਕਲਣਗੇ, ਮਤਲਬ ਸਾਹ ਨਾਲ ਤੇ ਗਿਰਾਹੀ ਨਾਲ। ਨਾ ਵਿਸਰੈ ਸਫਲ ਮੂਰਤ ਗੁਰ ਆਪ, ਮੂਰਤ ਦੇ ਤੱਤੇ ਨੂੰ ਸਿਹਾਰੀ ਹੈ, ਇਸਤਰੀਲਿੰਗ ਰੂਪ ਦੀ ਸੂਚਕ ਹੈ। ਆਪ ਦੇ ਪੱਪੇ ਨੂੰ ਸਿਹਾਰੀ ਹੈ, ਨਿਸ਼ਚਿਤ ਪੜਨਾਮ ਹੋਣ ਦਾ ਸੂਚਕ ਹੈ। ਗੁਰ ਜੇਵੜ ਅਵਰ ਨ ਦਿਸਈ, ਇੱਥੇ ਵਿਸ਼ਰਾਮ ਆਏਗਾ। ਆਠ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ ਵਿਸ਼ਰਾਮ, ਤਾਂ ਪਾਈਐ ਵਿਸ਼ਰਾਮ। ਸੱਚ ਨਾਮ ਗੁਣਦਾਸ, ਗੁਰ ਪਰਮੇਸ਼ਰ ਏਕ ਹੈ, ਸਭ ਮਹਿ ਰਹਿਆ ਸਮਾਏ। ਜਿਨ ਕੋ ਪੂਰਬ ਲਿਖਿਆ ਵਿਸ਼ਰਾਮ, ਸੇਈ ਨਾਮ ਧਿਆਏ। ਨਾਨਕ ਨਖੇੜ ਕੇ ਪੜਾਂਗੇ ਆਪਾਂ। ਨਾਨਕ ਗੁਰ ਸ਼ਰਨਾਗਤੀ, ਮਰੈ ਨਾ ਆਵੈ ਜਾਏ, ਇਹਦਾ ਪਾਠ ਹੋਏਗਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ। ਇੱਥੇ ਅਸ਼ਟਪਦੀਆਂ ਸ਼ੁਰੂ ਹੋ ਗਈਆਂ ਸਾਧ ਸੰਗਤ। ਅਸ਼ਟਪਦੀਆਂ ਦਾ ਮਤਲਬ ਹੁੰਦਾ ਉਹ ਸ਼ਬਦ ਜਿਨ੍ਹਾਂ ਦੇ ਪਦੇ 8 ਹੁੰਦੇ ਹਨ। 8 ਜਾਂ 8 ਤੋਂ ਵਧੇਕ ਪਦੇ, ਉਹਨਾਂ ਨੂੰ ਗੁਰੂ ਸਾਹਿਬ ਨੇ ਅਸ਼ਟਪਦੀਆਂ ਸਿਰਲੇਖ ਹੇਠ ਲਿਆ ਹੈ। 8 ਪਦੇ ਹੋਣ ਜਾਂ 8 ਤੋਂ ਵੱਧ ਹੋਣ, 8 ਤੋਂ 1-2 ਪਦੇ ਘੱਟ ਹੋਣ, ਕਈ ਥਾਵਾਂ 'ਤੇ 7 ਪਦਿਆਂ ਦਾ ਸ਼ਬਦ ਹੁੰਦਾ, ਕਈ ਥਾਵਾਂ 'ਤੇ 9 ਜਾਂ 10 ਪਦਿਆਂ ਦਾ ਸ਼ਬਦ ਹੁੰਦਾ, ਉਹਨਾਂ ਨੂੰ ਇੱਕੋ ਹੀ ਸਿਰਲੇਖ ਅਸ਼ਟਪਦੀ ਦੇ ਅਧੀਨ ਗੁਰੂ ਸਾਹਿਬ ਨੇ ਦਰਜ ਕੀਤਾ ਹੈ। ਆਖ ਆਖ ਮਨ ਵਾਵਣਾ, ਆਖ ਖੱਖੇ ਨੂੰ ਸਿਹਾਰੀ ਹੈ ਦੋਵਾਂ ਥਾਵਾਂ 'ਤੇ। ਅਰਥ ਬਣਦਾ ਹੈ ਆਖ ਕੇ, ਪੂਰਬ ਪੂਰਨ ਕਿਰਦੰਤ ਰੂਪ ਦੇ ਵਿੱਚ। ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ, ਜਿਸਨੂੰ ਵਾਏ ਸੁਣਾਈਐ ਵਿਸ਼ਰਾਮ। ਸੋ ਕੇਵਡ ਕਿਤ ਥਾਏ, ਥਾਏ ਪਾਠ ਕਰਾਂਗੇ ਆਪਾਂ, ਥਾਏ ਪਾਠ ਨਹੀਂ ਕਰਾਂਗੇ, ਥਾਏ। ਥਾਂ ਦੀ ਗੱਲ, ਜਗ੍ਹਾ ਦੀ ਗੱਲ ਹੋ ਰਹੀ ਹੈ। ਸਥਾਨਵਾਚੀ ਜੋ ਹੈ ਨਾਮ ਹੈ, ਸਥਾਨਵਾਚੀ ਕਾਰਕ ਹੈ। ਆਖਣ ਵਾਲੇ ਜੇਤੜੇ ਵਿਸ਼ਰਾਮ, ਸਭ ਆਖ ਰਹੇ ਲਿਵ ਲਾਏ ਬਾਬਾ, ਇੱਥੇ ਵਿਸ਼ਰਾਮ ਆਏਗਾ। ਸੰਬੋਧਨੀ ਕਾਰਕ ਇੱਕ ਵਚਨ ਪੁਲਿੰਗ ਹੈ। ਬਾਬਾ ਅੱਲਾਹ ਅਗੰਮ ਅਪਾਰ, ਇਹਨੂੰ ਅੱਲੋਹ ਪਾਠ ਨਹੀਂ ਕਰਾਂਗੇ ਸਾਧ ਸਿੰਘ ਤੇ ਐੜਾ ਲੱਲਾ ਹਾਹੇ ਔਂਕੜ। ਇੱਥੇ ਹਾਹੇ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਹੈ, ਤਾਂ ਆਇਆ ਹੈ, ਤੇ ਇਹਦਾ ਪਾਠ ਹੋਏਗਾ ਅੱਲਾਹ। ਬਾਬਾ ਅੱਲਾਹ ਅਗੰਮ ਅਪਾਰ, ਅਗੰਮ ਅਪਾਰ, ਅਪਾਰ ਦੇ ਰਾਰੇ ਨੂੰ ਔਂਕੜੀ ਵੀ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਪਾਕੀ ਨਾਈ, ਪਾਕ ਥਾਏ, ਸੱਚਾ ਪਰਵਦਗਾਰ ਰਹਾਉ। ਪਾਕੀ ਨਾਈ, ਨਾਈ ਤੇ ਵਿਸ਼ਰਾਮ ਲੱਗੇਗਾ। ਪਾਕ ਥਾਏ, ਥਾਏ ਤੇ ਵਿਸ਼ਰਾਮ ਆਏਗਾ, ਥਾਏ ਪੜਾਂਗੇ ਆਪਾਂ ਇਹਨੂੰ। ਸੱਚਾ ਪਰਵਦਗਾਰ,
ਪਰਵਦਿਗਾਰ ਰਾਰੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਤੇਰਾ ਹੁਕਮ ਨਾ ਜਾਪੀ ਕੇਤੜਾ, ਤੇਰਾ ਹੁਕਮ ਅਰਧ ਵਿਸ਼ਰਾਮ ਆਏਗਾ ਇੱਥੇ, ਨਾ ਜਾਪੀ ਕੇਤੜਾ ਇੱਥੇ ਪੂਰਾ ਵਿਸ਼ਰਾਮ ਆਏਗਾ। ਲਿਖ ਨਾ ਜਾਣੈ ਕੋਏ, ਲਿਖ ਖਖੇ ਨੂੰ ਸਿਹਾਰੀ ਹੈ, ਅਰਥ ਬਣਦਾ ਲਿਖ ਕੇ, ਪੂਰਵ ਪੂਰਨ ਕਿਰਦੰਤ ਰੂਪ ਦੇ ਵਿੱਚ। ਪਾਠ ਆਪਾਂ ਕਰਾਂਗੇ ਲਿਖ, ਅਰਥ ਬਣੇਗਾ ਲਿਖ ਕੇ। ਲਿਖ ਨਾ ਜਾਣੈ ਕੋਏ, ਜੇ ਸੌ ਸ਼ਾਇਰ ਮੇਲੀਐ, ਤਿਲ ਨਾ ਪੁਜਾਵਹਿ ਰੋਏ। ਜੇ ਸੌ, ਸੌ ਸੱਸੇ ਸੱਸਾ ਊੜੇ ਔਂਕੜ, ਇਹਦਾ ਉਚਾਰਨ ਸੌ ਸੱਸੇ ਨੂੰ ਕਨੌੜਾ ਰੂਪ ਦੇ ਵਿੱਚ ਹੋਏਗਾ। 100 ਦੀ ਗੱਲ ਹੋ ਰਹੀ ਹੈ ਇੱਥੇ, ਜੋ ਸੰਖਿਆ ਸੂਚਕ ਸ਼ਬਦ ਹੁੰਦਾ ਹੈ ਉਹ ਰੂਪ ਹੈ ਇਹਦਾ। ਜੇ ਸੌ ਸ਼ਾਇਰ ਮੇਲੀਆਂ, ਮੇਲੀਆਂ ਬਹੁਵਚਨੀ ਕਿਰਿਆ ਹੈ, ਮੇਲੇ ਜਾਣ ਵਰਤਮਾਨ ਕਾਲ ਦੀ। ਇਹਨੂੰ ਵਰਤਿਆ ਗਿਆ ਇੱਥੇ ਸਾਧ ਸੰਗਤ ਸੰਭਾਵੀ ਭਵਿੱਖ ਕਾਲ ਰੂਪ ਦੇ ਵਿੱਚ। ਜੇ ਸੌ ਸ਼ਾਇਰ ਮੇਲੀਆਂ, ਮਤਲਬ ਜੇ 100 ਸ਼ਾਇਰ ਇਕੱਠੇ ਕਰਕੇ ਬਿਠਾ ਦਈਏ। ਤਿਲ ਨਾ ਪੁਜਾਵਹਿ ਰੋਏ, ਪੁਜਾਵਹਿ ਕਿਰਿਆ ਹੈ ਵਰਤਮਾਨ ਕਾਲ ਬਹੁਵਚਨ ਦੀ, ਤੇ ਇਹਦਾ ਅਰਥ ਬਣਦਾ ਹੈ ਵੀ ਜੇ 100 ਸ਼ਾਇਰ ਉਹਨਾਂ ਨੂੰ ਇਕੱਠੇ ਕਰਕੇ ਬਹਾਲ ਲਈਏ, ਉਹਨਾਂ ਦੀ ਰਚੀ ਹੋਈ ਰਚਨਾ ਦੇ ਨਾਲ ਵੀ ਰੱਬ ਜੀ ਦੀ ਤਿਲ ਮਾਤਰ ਵਡਿਆਈ ਨਹੀਂ ਜਾਣੀ ਜਾ ਸਕਦੀ। ਕੀਮਤ ਕਿਨਹਿ ਨਾ ਪਾਈਆ, ਪਾਈਆ ਪਾਠ ਕਰਾਂਗੇ, ਪਾਈਆਂ ਪਾਠ ਨਹੀਂ ਕਰਾਂਗੇ, ਇੱਥੇ ਬਿੰਦੀ ਨਹੀਂ ਲੱਗੇਗੀ। ਪਾਈਆ ਇੱਕ ਵਚਨ ਦੀ ਕਿਰਿਆ ਹੈ। ਕੀਮਤ ਕਿਨੈ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਸੁਣ ਨਾਣੇ ਨੂੰ ਸਿਹਾਰੀ, ਸੁਣ ਕੇ ਪੂਰਬ ਪੂਰਨ ਕਿਰਦੰਤ ਰੂਪ ਦੇ ਵਿੱਚ। ਪੀਰ ਪੈ ਕਾਮਰ ਸਾਲਕ ਸਾਧਕ, ਇੱਥੇ ਵਿਸ਼ਰਾਮ ਆਏਗਾ। ਸੁਹਦੇ ਔਰ ਸ਼ਹੀਦ, ਸ਼ੇਖ ਮਸ਼ਾਇਕ ਕਾਜ਼ੀ ਮੁੱਲਾ, ਦਰ ਦਰਵੇਸ ਰਸੀਦ। ਸ਼ੇਖ ਪਾਠ ਕਰਾਂਗੇ ਆਪਾਂ, ਸ਼ੇਖ ਮਸ਼ਾਇਕ ਸ਼ ਇਹ ਪਾਠ ਹੋਏਗਾ, ਮਸ਼ਾਇਕ। ਕਾਜ਼ੀ ਪਾਠ ਹੋਏਗਾ, ਮੁੱਲਾ ਪਾਠ ਹੋਏਗਾ। ਦਰ ਦਰਵੇਸ਼ ਰਸੀਦ, ਦਰਵੇਸ਼ ਪਾਠ ਹੋਏਗਾ। ਬਰਕਤ ਤਿਨ ਕੋ ਅਗਲੀ, ਬਰਕਤ ਤੱਤੇ ਨੂੰ ਸਿਹਾਰੀ ਇਸਤਰੀ ਲਿੰਗ ਰੂਪ ਕਰਕੇ ਆਈ ਹੈ। ਤਿਨ ਕੋ ਅਗਲੀ ਇੱਥੇ ਵਿਸ਼ਰਾਮ ਆਏਗਾ। ਪੜ੍ਹਦੇ ਰਹਿਣ ਦਰੂਦ, ਪੁੱਛ ਨਾ ਸਾਜੇ ਵਿਸ਼ਰਾਮ, ਪੁੱਛ ਨਾ ਢਾਹੇ ਵਿਸ਼ਰਾਮ, ਪੁੱਛ ਨਾ ਦੇਵੈ ਲੇ। ਪੁੱਛ ਛਛੇ ਨੂੰ ਸਿਹਾਰੀ, ਪੂਰਬ ਪੂਰਨ ਕਿਰਦੰਤ। ਪੁੱਛ ਕੇ, ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇਵੈ ਲੇ, ਇੱਦਾਂ ਪਾਠ ਹੋਏਗਾ। ਆਪਣੀ ਕੁਦਰਤ ਆਪੇ ਜਾਣੈ, ਜਾਣੈ ਇੱਕ ਵਚਨ ਕਿਰਿਆ ਹੈ, ਜਾਣੈ ਪਾਠ ਹੋਏਗਾ। ਵਿਸ਼ਰਾਮ ਵੀ ਇੱਥੇ ਹੀ ਆਏਗਾ ਇਸ ਤੁਕ ਵਿੱਚ। ਆਪੇ ਕਰਨ ਕਰੇ, ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਸਭਨਾ ਵੇਖੈ ਨਦਰ ਕਰ, ਇੱਥੇ ਵਿਸ਼ਰਾਮ ਆਏਗਾ। ਜੈ ਭਾਵੈ ਤੈ ਦੇ, ਦੇ ਇੱਦਾਂ ਪਾਠ ਕਰਾਂਗੇ ਆਪਾਂ, ਦੇ ਲਮਕਾ ਕੇ ਪਾਠ ਕਰਾਂਗੇ। ਥਾਵਾਂ ਥਾਮ ਨਾ ਜਾਣੀਐ, ਨਾਵਾਂ ਕੇਵਡ ਨਾਉ। ਥਾਵਾਂ ਇਹਨੂੰ ਥਾਵਾ ਤੇ ਨਾਵਾ ਪਾਠ ਨਹੀਂ ਕਰਨਾ ਆਪਾਂ। ਥਾਵਾਂ ਨਾਮ ਨਾ ਜਾਣੀਐ, ਨਾਮ ਨਾ ਜਾਣੀਐ। ਜਾਣੀਐ ਬਹੁਵਚਨੀ ਕਿਰਿਆ ਹੈ ਵਰਤਮਾਨ ਕਾਲ ਅਨੁਪੁਰਖ ਦੀ, ਇਸ ਲਈ ਨਾਸਕੀ ਉਚਾਰਨ ਹੋਏਗਾ। ਨਾਵਾਂ ਕੇਵਡ ਨਾਉ, ਨਾਵਾਂ ਨਾਸਕੀ ਉਚਾਰਨ ਹੋਏਗਾ। ਨਾਉ ਨਾਸਕੀ ਉਚਾਰਨ ਹੋਵੇਗਾ। ਜਿੱਥੈ ਵਸੈ ਮੇਰਾ ਪਾਤਸ਼ਾਹ ਵਿਸ਼ਰਾਮ, ਸੋ ਕੇਵਡ ਹੈ ਥਾਉ। ਥਾਉ ਪਾਠ ਹੋਏਗਾ ਕਿਉਂਕਿ ਸਥਾਨਵਾਚੀ ਸ਼ਬਦ ਹੈ, ਸੋ ਇਹਦਾ ਉਚਾਰਨ ਵੀ ਆਪਾਂ ਥਾਉ ਹੀ ਕਰਾਂਗੇ। ਜਿੱਥੈ ਵਸੈ ਮੇਰਾ ਪਾਤਸ਼ਾਹ, ਪਾਤਸ਼ਾਹ ਉਚਾਰਨ ਹੋਏਗਾ। ਹਾਹੇ ਨੌਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ, ਤੇ ਇਹਨੂੰ ਆਪਾਂ ਪਾਤਸ਼ਾਹੋ ਨਹੀਂ ਪੜ੍ਹਨਾ ਸਾਧ ਸੰਗਤ, ਪਾਤਸ਼ਾਹ ਪਾਠ ਕਰਾਂਗੇ। ਅੰਬੜ ਕੋਏ ਨ ਸਕਈ, ਇੱਥੇ ਵਿਸ਼ਰਾਮ ਆਏਗਾ। ਅੰਬੜ ਰਾੜੇ ਨੂੰ ਸਿਹਾਰੀ ਹੈ, ਅਰਥਾਂ ਦੀ ਬੋਧਕ ਹੈ। ਹਉ ਕਿਸ ਨੂੰ ਪੁੱਛਣ ਜਾਉ, ਹਉ ਹਉ ਉਤਮ ਪੁਰਖ ਦਾ ਪੜਨਾਉ ਹੈ ਇੱਕ ਵਚਨੀ, ਤਾਂ ਇਸ ਲਈ ਆਪਾਂ ਇਹਦਾ ਉਚਾਰਨ ਹਉ ਕਰਾਂਗੇ, ਇਹਨੂੰ ਹਉ ਨਹੀਂ ਪੜਾਂਗੇ ਆਪਾਂ। ਹਉ ਕਿਸ ਨੂੰ ਪੁੱਛਣ ਜਾਉ, ਜਾਉ ਉਤਮ ਪੁਰਖ ਦੀ ਕਿਰਿਆ ਹੈ। ਵਰਨਾ ਵਰਨ ਨਾ ਭਾਵਨੀ, ਵਰਨਾ ਵਰਨ ਨਾ ਭਾਵਨੀ ਵਿਸ਼ਰਾਮ। ਜੇ ਕਿਸੈ ਵੱਡਾ ਕਰੇ, ਕਰੇ ਕੱਕਾ ਰਾਰੇ ਲਾਵਾਂ ਈੜੀ ਨੂੰ ਸਿਹਾਰੀ। ਫਿਰ ਤੋਂ ਇਹ ਕਿਰਿਆ ਹੈ ਸਾਧ ਸੰਗਤ, ਹੈ ਤੇ ਇਹ ਅਨੁਪੁਰਖ ਦੀ, ਪਰ ਇਹਨੂੰ ਵਰਤਿਆ ਗਿਆ ਨਿਸ਼ਚਿਤ ਰੂਪ ਦੇ ਵਿੱਚ ਹੈ। ਇੱਕ ਵਚਨ ਵਰਤਮਾਨ ਕਾਲ ਅਨੁਪੁਰਖ ਦੀ ਕਿਰਿਆ ਨਿਸ਼ਚਿਤ ਰੂਪ ਦੇ ਵਿੱਚ ਇਹਨੂੰ ਵਰਤਿਆ ਗਿਆ ਹੈ। ਮਤਲਬ ਇਹ ਹੈ ਵਰਨਾ ਵਰਨ ਨਾ ਭਾਵਨੀ, ਜੇ ਕਿਸੈ ਵੱਡਾ ਕਰੇ।
ਜੇ ਉਹ ਰੱਬ ਕਿਸੇ ਨੂੰ ਵੱਡਾ ਕਰ ਦੇਵੇ। ਇਹ ਇਹਨਾਂ ਰੂਪਾਂ 'ਚ ਇਹਦਾ ਅਰਥ ਨਿਕਲਦਾ ਹੈ। ਵੱਡੇ ਹੱਥ ਵਡਿਆਈਆਂ, ਵਡਿਆਈਆਂ ਪਾਠ ਹੋਏਗਾ। ਹੱਥ ਦੇ ਥੱਥੇ ਨੂੰ ਸਿਹਾਰੀ ਹੈ। ਅਧਿਕਰਨ ਕਾਰਕ ਰੂਪ ਦੇ ਵਿੱਚ ਅਰਥ ਨਿਕਲਣਗੇ। ਹੱਥ ਵਿੱਚ ਵੱਡੇ ਹੱਥ ਵਡਿਆਈਆਂ, ਜੈ ਭਾਵੈ ਤੈ ਦੇ, ਦੇ ਫਿਰ ਤੋਂ ਕਰੇ ਵਾਲਾ ਨੁਕਤਾ ਇਹਦੇ ਉੱਪਰ ਲਾਗੂ ਹੋਏਗਾ। ਹੁਕਮ ਸਵਾਰੇ ਆਪਣੈ, ਇੱਥੇ ਵਿਸ਼ਰਾਮ ਆਏਗਾ। ਹੁਕਮ ਸਵਾਰੇ, ਹੁਕਮ ਮੰਮੇ ਨੂੰ ਸਿਹਾਰੀ। ਅਧਿਕਰਨ ਕਰਕੇ ਇੱਕ ਵਚਨ ਪੁਲਿੰਗ ਦਾ ਸੂਚਕ ਹੈ, ਮਤਲਬ ਹੁਕਮ ਵਿੱਚ। ਹੁਕਮ ਸਵਾਰੇ ਆਪਣੈ, ਚੱਸਾ ਨਾ ਢਿੱਲ ਕਰੇ। ਇਹਨੂੰ ਚੱਸਾ ਪਾਠ ਕਰਾਂਗੇ ਆਪਾਂ। ਸਮੇਂ ਦੀ ਜੋ ਇੱਕ ਇਕਾਈ ਹੁੰਦੀ ਹੈ, ਪਲ, ਚੱਸਾ, ਵਿਸਵੇ, ਉਹਨਾਂ ਦੇ ਵਿੱਚੋਂ ਗੱਲ ਹੋ ਰਹੀ ਹੈ। ਚੱਸਾ ਨਾ ਢਿੱਲ ਕਰੇ, ਸਭ ਕੋ ਆਖੈ ਬਹੁਤ ਬਹੁਤ, ਇੱਥੇ ਵਿਸ਼ਰਾਮ ਆਏਗਾ। ਲੈਣਾ ਕੈ ਵਿਚਾਰ, ਵਿਚਾਰ ਰਾਰੇ ਨੂੰ ਸਿਹਾਰੀ ਕਰਨ ਕਾਰਕ ਦੇ ਅਰਥ ਦੇਵੇਗੀ। ਵਿਚਾਰ ਦੀ ਰਾਹੀਂ ਕੇਵੜ ਦਾਤਾ ਆਖੀਐ, ਇੱਥੇ ਵਿਸ਼ਰਾਮ ਆਏਗਾ। ਦੇ ਕਹਿ ਰਿਹਾ ਸ਼ੁਮਾਰ, ਸ਼ੁਮਾਰ ਪਾਠ ਕਰਾਂਗੇ ਆਪਾਂ। ਇਹਦਾ ਅਰਥ ਹੁੰਦਾ ਅੰਦਾਜ਼ਾ ਲਾਉਣਾ। ਨਾਨਕ, ਇੱਥੇ ਵਿਸ਼ਰਾਮ ਆਏਗਾ। ਤੋਟ ਨਾ ਆਵਈ, ਇੱਥੇ ਵਿਸ਼ਰਾਮ ਆਏਗਾ। ਤੇਰੇ ਜੁਗਾਂ ਜੁਗਾਂ ਭੰਡਾਰ, ਜੁਗਾਂ ਜੁਗਾਂ ਪਾਠ ਕਰਾਂਗੇ। ਇਹਨੂੰ ਜੁਗੈ ਜੁਗੈ ਪਾਠ ਨਹੀਂ ਕਰਾਂਗੇ ਆਪਾਂ। ਜੁਗਾਂ, ਜੁਗਾਂ ਦੀ ਗੱਲ ਹੋ ਰਹੀ ਹੈ। ਹਾਹਾ ਮੁਕਤਾ ਦਾ ਉਚਾਰਨ ਨਾਮ ਰੂਪ ਦੇ ਵਿੱਚ ਇੱਥੇ ਕੰਨੇ ਵੱਲ ਨੂੰ ਤਬਦੀਲ ਹੋਵੇਗਾ। ਤੇਰੇ ਜੁਗਾਂ ਜੁਗਾਂ ਭੰਡਾਰ। ਮਹਲਾ ਪਹਿਲਾ। ਸਭੇ ਕੰਤ ਮਹੇਲੀਆਂ, ਇੱਥੇ ਵਿਸ਼ਰਾਮ ਆਏਗਾ। ਬਹੁਵਚਨੀ ਸ਼ਬਦ ਹੈ, ਮਹੇਲੀਆਂ ਨਹੀਂ, ਮਹੇਲੀਆਂ ਪੜਾਂਗੇ। ਸਗਲੀਆਂ ਕਰਹਿ ਸ਼ਿੰਗਾਰ, ਸਗਲੀਆਂ ਪੜਾਂਗੇ, ਸਗਲੀਆ ਪਾਠ ਨਹੀਂ ਕਰਾਂਗੇ। ਸਗਲੀਆਂ ਕਰਹਿ ਸ਼ਿੰਗਾਰ, ਸ਼ਿੰਗਾਰ ਪਾਠ ਕਰਾਂਗੇ ਆਪਾਂ। ਗਣਤ ਗਣਾਵਣ ਆਈਆਂ, ਆਈਆਂ ਪਾਠ ਕਰਾਂਗੇ। ਸੂਹਾ ਵੇਸ ਵਿਕਾਰ, ਪੰਡਿਤ ਪ੍ਰੇਮ ਨਾ ਪਾਈਐ, ਇੱਦਾਂ ਪਾਠ ਹੋਏਗਾ। ਪੰਡਿਤ ਵਿਸ਼ਰਾਮ, ਖਿਮਾ ਕਰਨੀ, ਪਾਖੰਡ ਪ੍ਰੇਮ ਨਾ ਪਾਈਐ। ਪਾਖੰਡ ਡੱਡੇ ਨੂੰ ਸਿਹਾਰੀ ਹੈ। ਕਰਨ ਕਾਰਕ ਹੈ, ਅਰਥ ਬਣੇਗਾ ਪਖੰਡ ਦੀ ਰਾਹੀਂ। ਪ੍ਰੇਮ ਨਾ ਪਾਈਐ, ਪ੍ਰੇਮ ਨਹੀਂ ਪਾਇਆ ਜਾ ਸਕਦਾ। ਪਾਈਐ ਪਾਠ ਹੋਏਗਾ, ਪਾਈਆਂ ਪਾਠ ਨਹੀਂ ਹੋਏਗਾ। ਇਹ ਕਿਰਿਆ ਇੱਕ ਵਚਨੀ ਹੈ, ਇਸ ਲਈ ਆਪਾਂ ਇਹਦਾ ਉਚਾਰਨ ਨਾਸਕੀ ਨਹੀਂ ਕਰਾਂਗੇ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਹਰ ਜੀਓ, ਇੱਥੇ ਵਿਸ਼ਰਾਮ ਆਏਗਾ। ਸੰਬੋਧਨੀ ਕਾਰਕ ਹੈ। ਇਉਂ ਪਿਰ ਰਾਵੈ ਨਾਰ, ਨਾਰ ਰਾਰੇ ਨੂੰ ਸਿਹਾਰੀ, ਨਾਰੀ, ਇਹ ਅਰਥ ਬਣਨਗੇ। ਤੁਧ ਭਾਵਨ ਸੁਹਾਗਣੀ, ਵਿਸ਼ਰਾਮ ਆਪਣੀ ਕਿਰਪਾ ਲਹਿ ਸਵਾਰ। ਰਹਾਓ। ਗੁਰ ਸ਼ਬਦੀ ਸ਼ਿੰਗਾਰੀਆਂ, ਸ਼ਿੰਗਾਰੀਆਂ ਪਾਠ ਹੋਏਗਾ। ਇੱਥੇ ਹੀ ਵਿਸ਼ਰਾਮ ਆਏਗਾ। ਮਨ ਤਨ ਪਿਰਕੈ ਪਾਸ, ਦੋਏ ਕਰ ਜੋੜ ਖੜੀ ਤੱਕੈ, ਇੱਥੇ ਵਿਸ਼ਰਾਮ ਆਏਗਾ। ਸੱਚ ਕਹੈ ਅਰਦਾਸ, ਲਾਲ ਰੱਤੀ ਸੱਚ ਭੈ ਵਸੀ, ਇੱਥੇ ਵਿਸ਼ਰਾਮ ਆਏਗਾ। ਭਾਏ ਰੱਤੀ ਰੰਗ ਰਾਸ, ਭਾਏ ਰੱਤੀ ਰੰਗ ਰਾਸ, ਇੱਦਾਂ ਪਾਠ ਕਰਾਂਗੇ। ਪਿਰਕੀ ਚੇਰੀ ਕਾਂਢੀ ਹੈ, ਇੱਥੇ ਵਿਸ਼ਰਾਮ ਆਏਗਾ। ਲਾਲੀ ਮਨ ਨਾਉ, ਸਾਚੀ ਪ੍ਰੀਤ ਨਾ ਟੁੱਟਈ, ਇੱਥੇ ਵਿਸ਼ਰਾਮ ਆਏਗਾ। ਸਾਚੇ ਮੇਲ ਮਿਲਾਉ, ਮਿਲਾਉ ਪਾਠ ਹੋਏਗਾ। ਸ਼ਬਦ ਰੱਤੀ ਮਨ ਵੇਧਿਆ, ਇੱਥੇ ਵਿਸ਼ਰਾਮ ਆਏਗਾ। ਹਉ ਸਦ ਬਲਿਹਾਰੈ ਜਾਉ, ਇੱਦਾਂ ਪੜ੍ਹਿਆ ਜਾਏਗਾ। ਸਾ ਧਨ ਰੰਡ ਨਾ ਬੈਸਈ, ਇੱਦਾਂ ਪਾਠ ਹੋਏਗਾ। ਨੂੰ ਸਾਧਨ ਨਹੀਂ ਪੜ੍ਹਨਾ। ਸਾ ਧਨ ਰੰਡ ਨਾ ਬੈਸਈ, ਇੱਥੇ ਵਿਸ਼ਰਾਮ ਆਏਗਾ। ਜੇ ਸਤਿਗੁਰ ਮਾਹਿ ਸਮਾਏ, ਪਿਰ ਰੀਸਾਲੂ ਨੌਤਨੋ, ਨੌਤਨੋ, ਇੱਥੇ ਵਿਸ਼ਰਾਮ ਆਏਗਾ। ਸਾਚੋ ਮਰੈ ਨਾ ਜਾਏ, ਸਾਚੋ ਪਾਠ ਕਰਾਂਗੇ। ਇਹਨੂੰ ਸਾਚੋਂ ਪਾਠ ਨਹੀਂ ਕਰਾਂਗੇ। ਸਾਚੋ ਮਰੈ ਨਾ ਜਾਏ। ਨਿਤ ਰਵੈ ਸੁਹਾਗਣੀ, ਇੱਥੇ ਵਿਸ਼ਰਾਮ ਆਏਗਾ। ਸਾਚੀ ਨਦਰ ਰਜ਼ਾਏ, ਨਦਰ ਰਾਰੇ ਨੂੰ ਸਿਹਾਰੀ। ਇਸਤਰੀਲਿੰਗ ਰੂਪ ਚ ਅਰਥ ਨਿਕਲੇਗਾ ਬਖਸ਼ਿਸ਼, ਮਿਹਰ। ਰਜ਼ਾਏ, ਰਜ਼ਾ ਪਾਠ ਕਰਾਂਗੇ ਆਪਾਂ। ਜੱਜੇ ਦਾ ਉਚਾਰਨ ਜ਼ ਰੂਪ ਚ ਕਰਾਂਗੇ ਆਪਾਂ। ਸਾਚੀ ਨਦਰ ਰਜ਼ਾਏ। ਸਾਚ ਧੜੀ ਧਨ ਮਾਡੀ ਹੈ। ਸਾਚ ਚੱਚੇ ਨੂੰ ਓਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਸਾਚ ਧੜੀ ਧਨ ਮਾਡੀ, ਮਾਂਡੀ ਹੈ। ਕਾਪੜ ਪ੍ਰੇਮ ਸ਼ਿੰਗਾਰ, ਸ਼ਿੰਗਾਰ ਪਾਠ ਕਰਾਂਗੇ। ਚੰਦਨ ਚੀਤ ਵਸਾਇਆ, ਵਿਸ਼ਰਾਮ। ਮੰਦਰ ਦਸਵਾਂ ਦਵਾਰ, ਦੀਪਕ ਸ਼ਬਦ ਵਿਗਾਸਿਆ, ਵਿਸ਼ਰਾਮ ਆਏਗਾ। ਰਾਮ ਨਾਮ ਔਰ ਹਾਰ, ਰਾਮ ਨਾਮ ਤੇ ਹਾਰ, ਇਹਨਾਂ ਤਿੰਨ ਸ਼ਬਦਾਂ ਨੂੰ ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਨਾਰੀ ਅੰਦਰ ਸੋਹਣੀ, ਵਿਸ਼ਰਾਮ। ਮਸਤਕ ਮਣੀ ਪਿਆਰ,
ਸ਼ੋਭਾ ਸੁਰਤ ਸੁਹਾਵਣੀ, ਇੱਥੇ ਵਿਸ਼ਰਾਮ ਆਏਗਾ। ਸੱਚ ਹੈ ਪ੍ਰੇਮ ਅਪਾਰ, ਪ੍ਰੇਮ ਮੰਮੇ ਨੂੰ ਸਿਹਾਰੀ, ਪ੍ਰੇਮ ਦੀ ਰਾਹੀਂ ਅਰਥ ਬਣਨਗੇ। ਬਿਨ ਪਿਰ ਪੁਰਖ ਨ ਜਾਣਈ, ਵਿਸ਼ਰਾਮ ਸਾਚੇ ਗੁਰ ਕੈ ਹੇਤ ਪਿਆਰ। ਇੱਕ ਮਿੰਟ, ਬਿਨ ਪਿਰ ਪੁਰਖ ਨ ਜਾਣਈ ਸਾਚੇ, ਸਾਚੇ ਤੇ ਵਿਸ਼ਰਾਮ ਆਏਗਾ ਇੱਥੇ। ਬਿਨ ਪਿਰ ਵਿਸ਼ਰਾਮ ਪੁਰਖ ਨ ਜਾਣਈ ਸਾਚੇ, ਮਤਲਬ ਸਾਚੇ ਪੁਰਖ ਨੂੰ ਨਹੀਂ ਜਾਣਦੀ ਹੈ। ਸਾਚੇ ਜੋ ਸ਼ਬਦ ਹੈ ਵਿਸ਼ੇਸ਼ਣ ਹੈ ਪੁਰਖ ਦਾ, ਇਸ ਲਈ ਸਾਚੇ ਤੇ ਵਿਸ਼ਰਾਮ ਜਾਏਗਾ। ਬਿਨ ਪਿਰ ਪੁਰਖ ਨ ਜਾਣਈ ਸਾਚੇ, ਗੁਰ ਕੈ ਹੇਤ ਪਿਆਰ, ਗੁਰ ਕੈ ਹੇਤ ਪਿਆਰ, ਇੱਦਾਂ ਪਾਠ ਕਰਾਂਗੇ। ਨਿਸ ਅੰਧਿਆਰੀ ਸੁੱਤੀਏ, ਵਿਸ਼ਰਾਮ ਕਿਉਂ ਪਿਰ ਬਿਨ ਰਹਿਣ ਵਿਹਾਏ। ਅੰਕ ਜਲੋਂ ਤਨ ਜਾਲੀਓਂ, ਦੋਵੇਂ ਸ਼ਬਦ ਕਿਰਿਆ ਜਿਹੜੇ ਹਨ ਇਹ ਉੱਤਮ ਪੁਰਖ ਦੀਆਂ ਕਿਰਿਆਵਾਂ ਹਨ, ਇਸ ਲਈ ਅੰਕ ਜਲੋਂ ਪਾਠ ਕਰਾਂਗੇ ਆਪਾਂ। ਤਨ ਜਾਲੀਓਂ ਪਾਠ ਹੋਏਗਾ। ਮਨ ਤਨ ਜਲ ਬਲ ਜਾਏ, ਜਾ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਜਾਂ ਧਨ ਕੰਤ ਨਾ ਰਾਵੀਆ, ਜਾਂ ਇੱਥੇ ਯੋਜਕ ਹੈ, ਇਸ ਲਈ ਆਪਾਂ ਇਹਦਾ ਉਚਾਰਨ ਜਾਂ ਨਾਸਕੀ ਕਰਾਂਗੇ। ਜਾਂ ਧਨ ਕੰਤ ਨਾ ਰਾਵੀਆ, ਰਾਵੀਆ ਪਾਠ ਕਰਾਂਗੇ। ਸਾਧ ਸੰਗਤ ਰਾਵੀਆਂ ਬਹੁਵਚਨ ਪਾਠ ਨਹੀਂ ਹੋਏਗਾ, ਇੱਕ ਵਚਨ ਕਿਰਿਆ ਹੈ ਰਾਵੀਆ, ਇਹੀ ਉਚਾਰਨ ਇਸਦਾ ਹੋਏਗਾ। ਤਾਂ ਬਿਰਥਾ ਜੋਬਨ ਜਾਏ, ਸੇਜੈ ਕੰਤ ਮਹੇਲੜੀ, ਸੇਜੈ ਸੇਜ ਉੱਤੇ ਅਧਿਕਰਨ ਕਾਰਕ ਰੂਪ ਦੇ ਵਿੱਚ ਅਰਥ ਨਿਕਲਣਗੇ ਤੇ ਪਾਠ ਹੋਏਗਾ ਸੇਜੈ। ਕੰਤ ਮਹੇਲੜੀ ਸੂਤੀ ਬੂਝ ਨਾ ਪਾਏ, ਹਉ ਸੁੱਤੀ, ਵਿਸ਼ਰਾਮ ਪਿਰ ਜਾਗਣਾ, ਵਿਸ਼ਰਾਮ ਕਿਸ ਕੋ ਪੁੱਛਾਂ ਜਾਏ। ਪੁੱਛਾਂ ਨਾਸਕੀ ਉਚਾਰਨ ਹੋਏਗਾ। ਉੱਤਮ ਪੁਰਖ ਦੀ ਕਿਰਿਆ ਹੈ ਵਰਤਮਾਨ ਕਾਲ ਇੱਕ ਵਚਨ ਦੀ। ਪੁੱਛਾਂ ਅਰਥ ਬਣਦਾ ਹੈ ਮੈਂ ਪੁੱਛਾਂ। ਸਤਿਗੁਰ ਮੇਲੀ ਭੈ ਵਸੀ, ਵਿਸ਼ਰਾਮ ਨਾਨਕ ਪ੍ਰੇਮ ਸਖਾਏ, ਨਾਨਕ ਸ਼ਬਦ ਨੂੰ ਨਖੇੜ ਕੇ ਪੜਾਂਗੇ। ਸ੍ਰੀ ਰਾਗ ਮਹਲਾ ਪਹਿਲਾ। ਆਪੇ ਗੁਣ ਆਪੇ ਕਥੈ, ਵਿਸ਼ਰਾਮ ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਇੱਥੇ ਵਿਸ਼ਰਾਮ ਆਏਗਾ। ਆਪੇ ਮੋਲ ਅਪਾਰ, ਮੋਲ ਤੇ ਅਪਾਰ ਦੇ ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਸਾਚੋ ਮਾਨ ਮਹਤ ਤੂੰ, ਇੱਥੇ ਵਿਸ਼ਰਾਮ ਆਏਗਾ। ਸਾਚੋ ਮਾਨ ਮਹਤ ਤੂੰ, ਸਾਚੋਂ ਪਾਠ ਨਹੀਂ ਕਰਾਂਗੇ, ਸਾਚੋ ਪਾਠ ਕਰਾਂਗੇ ਬਿਨਾਂ ਬਿੰਦੀ ਤੋਂ। ਆਪੇ ਮੋਲ ਅਪਾਰ, ਸਾਚੋ ਮਾਨ ਮਹਤ ਤੂੰ, ਆਪੇ ਦੇਵਨਹਾਰ, ਦੇਵਨਹਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੈ। ਇਹ ਸੰਗਿਆ ਬਣ ਜਾਂਦੀ ਹੈ ਸਾਧ ਸੰਗਤ ਕਰਤਰੀਵਾਚ ਦੀ। ਹਰ ਜੀਓ ਤੂੰ ਕਰਤਾ ਕਰਤਾਰ, ਹਰ ਜੀਓ ਸੰਬੋਧਨੀ ਕਾਰਕ। ਤੂੰ ਕਰਤਾ ਕਰਤਾਰ, ਕਰਤਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਜਿਉਂ ਭਾਵੈ ਤਿਉਂ ਰਾਖ ਤੂੰ, ਵਿਸ਼ਰਾਮ ਹਰ ਨਾਮ ਮਿਲੈ ਆਚਾਰ, ਰਹਾਉ। ਆਪੇ ਹੀਰਾ ਨਿਰਮਲਾ, ਵਿਸ਼ਰਾਮ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਵਿਸ਼ਰਾਮ ਆਪੇ ਭਗਤ ਵਸੀਠ। ਗੁਰ ਕੈ ਸ਼ਬਦ ਸਲਾਹਣਾ, ਵਿਸ਼ਰਾਮ ਘਟ ਘਟ ਡੀਠ ਅਡੀਠ। ਆਪੇ ਸਾਗਰ ਬੋਹਿਥਾ, ਵਿਸ਼ਰਾਮ ਆਪੇ ਪਾਰ ਅਪਾਰ। ਸਾਚੀ ਵਾਟ ਸੁਜਾਨ ਤੂੰ, ਵਿਸ਼ਰਾਮ ਸ਼ਬਦ ਲੰਘਾਵਨਹਾਰ। ਨਿਡਰਿਆਂ ਡਰ ਜਾਣੀਐ, ਵਿਸ਼ਰਾਮ ਬਾਜ ਗੁਰੂ ਗੁਬਾਰ। ਬਾਜ ਚ ਜਿਨ ਔਂਕੜ ਇੱਕ ਵਚਨ, ਗੁਬਾਰ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਅਸਥਿਰ ਕਰਤਾ ਦੇਖੀਐ, ਅਸਥਿਰ ਥਰ, ਅਸਥਿਰ ਦੇ ਰਾਰੇ ਨੂੰ ਔਂਕੜ ਹੈ ਇੱਕ ਵਚਨ ਪੁਲਿੰਗ, ਇਹ ਵਿਸ਼ੇਸ਼ਣ ਹੈ। ਅਸਥਿਰ ਕਰਤਾ, ਕਰਤਾ ਸ਼ਬਦ ਦਾ ਵਿਸ਼ੇਸ਼ਣ ਹੈ ਅਸਥਿਰ। ਹੋਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ, ਇੱਥੇ ਵਿਸ਼ਰਾਮ ਆਏਗਾ। ਹੋਰ ਬੰਦੀ ਧੰਦੈ ਪਾਏ, ਗੁਰ ਰਾਖੇ ਸੇ ਉਭਰੇ। ਗੁਰ ਰਾਰੇ ਨੂੰ ਸਿਹਾਰੀ, ਕਰਤਾ ਕਰਕੇ ਇੱਕ ਵਚਨ ਪੁਲਿੰਗ, ਮਤਲਬ ਗੁਰੂ ਨੇ। ਰਾਖੇ ਸੇ ਉਭਰੇ, ਸਾਚੇ ਸਿਉ ਲਿਵ ਲਾਏ। ਹਰ ਜੀਓ ਸ਼ਬਦ ਪਛਾਣੀਐ, ਹਰ ਜੀਓ ਸ਼ਬਦ ਪਛਾਣੀਐ। ਹਰ ਜੀਓ ਨੂੰ ਆਪਾਂ ਸੰਬੋਧਨੀ ਰੂਪ 'ਚ ਨਹੀਂ ਪੜਾਂਗੇ, ਉਹ ਤਾਂ ਜੰਬਕੀ ਵਿਸ਼ਰਾਮ ਆਪਾਂ ਇੱਥੇ ਦੇ ਸਕਦੇ ਹਾਂ, ਪਰ ਇਹ ਆਏਗਾ ਜਿਹੜਾ ਹੈਗਾ ਆ ਆਪਣਾ ਸੰਪਰਦਾਨ ਕਾਰਕ ਦੇ ਰੂਪ ਦੇ ਵਿੱਚ। ਹਰ ਜੀਓ ਸ਼ਬਦ ਪਛਾਣੀਐ, ਮਤਲਬ ਹਰ ਜੀਓ ਨੂੰ ਸ਼ਬਦ ਦੀ ਰਾਹੀਂ ਪਛਾਣਿਆ ਜਾ ਸਕਦਾ ਹੈ। ਸਾਚ ਰੱਤੇ ਗੁਰਵਾਕ, ਸਾਚ ਚੱਚੇ ਨੂੰ ਸਿਹਾਰੀ ਸੱਚ ਵਿੱਚ, ਰੱਤੇ ਗੁਰਵਾਕ, ਵਾਕ ਕੱਕੇ ਨੂੰ ਸਿਹਾਰੀ ਵਾਕ ਦੀ ਰਾਹੀਂ ਕਰਨ ਕਾਰਕ।
ਤਿਤ ਤਨ ਮੈਲ ਨਾ ਲੱਗਈ ਵਿਸ਼ਰਾਮ ਤਨ ਨੰਨੇ ਨੂੰ ਸਿਹਾਰੀ ਹੈ। ਮਤਲਬ ਤਨ ਅੰਦਰ ਅਧਿਕਰਨ ਕਾਰਕ। ਸੱਚ ਘਰ ਜਿਸ ਉਤਾਕ, ਘਰ ਰਾਰੇ ਨੂੰ ਸਿਹਾਰੀ ਕਾਰਕ ਹੈ। ਸਾਧ ਸੰਗਤ ਅਰਥਾਂ ਦਾ ਸੂਚਕ ਹੈ, ਉਚਾਰਨ ਦਾ ਹਿੱਸਾ ਨਹੀਂ ਹੈ। ਸੱਚ ਘਰ ਜਿਸ ਉਤਾਕ, ਨਦਰ ਕਰੇ ਸੱਚ ਪਾਈਐ। ਨਦਰ ਰਾਰੇ ਨੂੰ ਸਿਹਾਰੀ ਇਸਤਰੀ ਲਿੰਗ ਦੀ ਸੂਚਕ ਹੈ। ਕਰੇ ਸੱਚ ਪਾਈਐ, ਸੱਚ ਚੱਚੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਬਿਨ ਨਾਵੈ ਕਿਆ ਸਾਕ, ਬਿਨ ਨਾਵੈ ਇਹ ਨਾਸਕੀ ਉਚਾਰਨ ਹੋਏਗਾ ਤੇ ਅਰਥ ਬਣੇਗਾ ਆਪਾਦਾਨ ਕਾਰਕ ਦੇ ਰੂਪ ਦੇ ਵਿੱਚ ਨਾਮ ਤੋਂ ਬਿਨਾਂ। ਬਿਨ ਨਾਵੈ ਕਿਆ ਸਾਕ, ਜਿਨੀ ਸੱਚ ਪਛਾਣਿਆ ਵਿਸ਼ਰਾਮ ਸੇ ਸੁਖੀਏ ਜੁਗ ਚਾਰ। ਚਾਰ ਰਾਰੇ ਨੂੰ ਸਿਹਾਰੀ ਹੈ, ਸੰਖਿਆ ਸੂਚਕ ਵਿਸ਼ੇਸ਼ਣ ਹੈ। ਹਉਮੈ ਤ੍ਰਿਸ਼ਨਾ ਮਾਰ ਕੈ, ਵਿਸ਼ਰਾਮ ਆਏਗਾ ਇੱਥੇ। ਸੱਚ ਰੱਖਿਆ ਔਰ ਧਾਰ, ਧਾਰ ਦੇ ਰਾਰੇ ਨੂੰ ਸਿਹਾਰੀ ਧਾਰ ਕੇ ਪੂਰਬ ਪੂਰਨ ਕਿਰਦੰਤ ਰੂਪ ਦੇ ਵਿੱਚ। ਜਗ ਮਹਿ ਲਾਹਾ ਏਕ ਨਾਮ, ਇੱਥੇ ਵਿਸ਼ਰਾਮ ਆਏਗਾ। ਏਕ ਨਾਮ ਦੋਵਾਂ ਥਾਵਾਂ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ ਹੈ। ਪਾਈਐ ਗੁਰ ਵਿਚਾਰ, ਗੁਰ ਵਿਚਾਰ, ਵਿਚਾਰ ਦੇ ਰਾਰੇ ਨੂੰ ਸਿਹਾਰੀ ਵਿਚਾਰ ਦੀ ਰਾਹੀਂ। ਸਾਚੋ ਵੱਖਰ ਲਾਦੀ ਹੈ ਵਿਸ਼ਰਾਮ ਲਾਭ ਸਦਾ ਸੱਚ ਰਾਸ, ਰਾਸ ਦੇ ਸੱਸੇ ਨੂੰ ਸਿਹਾਰੀ ਰਾਸ਼ੀ। ਸਾਚੀ ਦਰਗਾਹ ਬੈਸਈ, ਸਾਚੀ ਦਰਗਾਹ ਬੈਸਈ ਭਗਤ ਸੱਚੀ ਅਰਦਾਸ। ਭਗਤ ਤਤੇ ਨੂੰ ਸਿਹਾਰੀ ਇਸਤਰੀ ਲਿੰਗ ਰੂਪ ਦੀ ਹੈ, ਅਰਥ ਨਿਕਲੇਗਾ ਭਗਤੀ। ਪਤ ਸਿਉ ਲੇਖਾ ਨਿਬੜੈ ਵਿਸ਼ਰਾਮ ਰਾਮ ਨਾਮ ਪ੍ਰਗਾਸ, ਇਹਦਾ ਪਾਠ ਹੋਏਗਾ। ਉੱਚਾ ਉੱਚਾ ਆਖੀਐ ਵਿਸ਼ਰਾਮ ਕਹੋਂ ਨਾ ਦੇਖਿਆ ਜਾਏ, ਕਹੋਂ ਨਾ ਦੇਖਿਆ ਜਾਏ। ਕਹੋਂ ਕਿਰਿਆ ਹੈ ਉੱਤਮ ਪੁਰਖ ਦੀ, ਅਰਥ ਨਿਕਲਦਾ ਹੈ ਮੈਂ ਆਖਾਂ ਨਾ ਦੇਖਿਆ ਜਾਏ, ਤਾਂ ਮੈਂ ਆਖਾਂ ਜੇ ਉਹਨੂੰ ਦੇਖਿਆ ਜਾ ਸਕਦਾ। ਦੇਖਿਆ ਹੀ ਨਹੀਂ ਜਾ ਸਕਦਾ ਤਾਂ ਮੈਂ ਕੀ ਆਖਾਂ। ਜਹ ਦੇਖਾਂ ਤਹ ਏਕ ਤੂੰ, ਜਹ ਸਥਾਨਵਾਚੀ ਪੜਨਾਉ ਹੈ। ਜਜਾ ਹਾ, ਇਹਦਾ ਉਚਾਰਨ ਹੋਏਗਾ ਜਹ। ਜਹ ਦੇਖਾਂ, ਦੇਖਾਂ ਕਿਰਿਆ ਹੈ ਉੱਤਮ ਪੁਰਖ ਦੀ ਇੱਕ ਵਚਨੀ, ਅਰਥ ਬਣਦਾ ਹੈ ਮੈਂ ਦੇਖਾਂ। ਜਹ ਦੇਖਾਂ ਮਤਲਬ ਮੈਂ ਜਿੱਥੇ ਵੀ ਦੇਖਾਂ। ਤਹ ਏਕ ਤੂੰ, ਤਹ ਸਥਾਨਵਾਚੀ ਪੜਨਾਉ ਹੈ ਸਾਧ ਸੰਗਤ, ਤਾਂ ਇਹਦਾ ਉਚਾਰਨ ਵੀ ਨਾਸਕੀ ਹੋਏਗਾ। ਤਹ ਮਤਲਬ ਉਸ ਜਗ੍ਹਾ ਤੇ। ਜਹ ਦੇਖਾਂ ਤਹ ਏਕ ਤੂੰ, ਇੱਥੇ ਵਿਸ਼ਰਾਮ ਸਤਿਗੁਰ ਦੀਆ ਦਿਖਾਏ। ਸਤਿਗੁਰ ਰਾਰੇ ਨੂੰ ਸਿਹਾਰੀ ਕਰਤਾ ਕਾਰਕ, ਮਤਲਬ ਸਤਿਗੁਰੂ ਨੇ ਦਿਖਾਏ ਦਿਆ। ਜੋਤ ਨਿਰੰਤਰ ਜਾਣੀਐ ਵਿਸ਼ਰਾਮ ਨਾਨਕ ਸਹਿਜ ਸੁਭਾਏ। ਸ੍ਰੀ ਰਾਗ ਮਹਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਵਿਸ਼ਰਾਮ ਸਰ ਖਾਰਾ ਅਸਗਾਹ। ਸਰ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ, ਅਸਗਾਹ ਹਾਹੀ ਨੂੰ ਔਂਕੜ ਇੱਕ ਵਚਨ ਪੁਲਿੰਗ, ਇਹਨੂੰ ਅਸਗਾਹੋ ਨਹੀਂ ਪੜਨਾ। ਅਤ ਸਿਆਣੀ ਸੋਹਣੀ, ਅਤ ਤੱਤੇ ਨੂੰ ਸਿਹਾਰੀ ਅਤੀ, ਇਹ ਅਰਥ ਬਣਦਾ ਹੈ। ਅਤ ਸਿਆਣੀ ਸੋਹਣੀ ਕਿਉਂਕਿ ਤੋ ਵਿਸਾਹ, ਵਿਸਾਹ ਦਾ ਅਰਥ ਹੁੰਦਾ ਭਰੋਸਾ, ਵਿਸ਼ਵਾਸ, ਯਕੀਨ। ਸੋ ਹਾਹੀ ਨੂੰ ਔਂਕੜ ਵਿਸਾਹ ਦੇ ਇੱਕ ਵਚਨ ਪੁਲਿੰਗ ਦੀ ਸੂਚਕ ਹੈ, ਇਹਨੂੰ ਆਪਾਂ ਵਿਸਾਹੋ ਨਹੀਂ ਪੜਨਾ। ਹਾਹੀ ਨੂੰ ਜਿਹੜੀ ਔਂਕੜ ਹੈ ਉਹਨੂੰ ਹੋੜੇ ਵਿੱਚ ਤਬਦੀਲ ਕਰਕੇ ਪਾਠ ਨਹੀਂ ਕਰਨਾ। ਕੀਤੇ ਕਾਰਨ ਪਾਕੜੀ, ਇੱਥੇ ਵਿਸ਼ਰਾਮ ਆਏਗਾ। ਕਾਲ ਨਾ ਟਲੈ ਸਿਰਾ, ਕਾਲ ਨਾ ਟਲੈ ਸਿਰਾ, ਸਿਰ ਤੋਂ ਮਤਲਬ ਕਾਲ ਨਹੀਂ ਟਲਦਾ ਹੈ। ਭਾਈ ਰੇ ਵਿਸ਼ਰਾਮ ਸੰਬੋਧਨੀ ਕਾਰਕ। ਇਉਂ ਸਿਰ ਜਾਣੋ ਕਾਲ, ਇਉਂ ਪਾਠ ਕਰਾਂਗੇ, ਇਉਂ ਪਾਠ ਨਹੀਂ ਕਰਾਂਗੇ, ਇਉਂ ਮਤਲਬ ਇਸ ਤਰ੍ਹਾਂ, ਇਸ ਪ੍ਰਕਾਰ, ਇਸ ਤਰੀਕੇ ਨਾਲ। ਜਾਣੋ ਸਿਰ ਜਾਣੋ ਕਾਲ, ਸਿਰ ਉੱਤੇ ਕਾਲ ਨੂੰ ਜਾਣੋ ਭਾਈ। ਜਿਉਂ ਮੱਛੀ ਤਿਉਂ ਮਾਨਸਾਂ, ਇੱਦਾਂ ਪਾਠ ਹੋਏਗਾ। ਜਿਉਂ ਮੱਛੀ ਤਿਉਂ ਮਾਨਸਾਂ ਪਵੈ ਅਚਿੰਤਾ ਜਾਲ ਰਹਾਓ। ਸਭ ਜਗ ਬੰਧੋ ਕਾਲ ਕੋ, ਇੱਦਾਂ ਪਾਠ ਹੋਏਗਾ। ਬਿਨ ਗੁਰ ਕਾਲ ਅਫਾਰ ਸੱਚ ਰਤੇ ਸੇ ਉਬਰੇ ਵਿਸ਼ਰਾਮ ਦੁਬਿਧਾ ਛੋੜ ਵਿਕਾਰ। ਹਉ ਤਿਨ ਕੈ ਬਲਿਹਾਰਨੈ ਦਰ ਸੱਚੈ ਸਚਿਆਰ। ਸ਼ੀ ਚਾਨੇ ਜਿਉ ਪੰਖੀਆਂ ਵਿਸ਼ਰਾਮ ਜਾਲੀ ਬਦਕ ਹਾਥ, ਹਾਥ ਤੱਥੇ ਨੂੰ ਸਿਹਾਰੀ ਹੱਥ ਵਿੱਚ, ਅਰਥ ਨਿਕਲੇਗਾ। ਗੁਰ ਰਾਖੇ ਸੇ ਉਬਰੇ ਵਿਸ਼ਰਾਮ ਹੋਰ ਫਾਥੇ ਚੋਗੈ ਸਾਥ। ਹੋਰ ਫਾਥੇ ਚੋਗੈ ਸਾਥ, ਸਾਥ ਤੱਥੇ ਨੂੰ ਸਿਹਾਰੀ ਮਤਲਬ ਨਾਲ ਸੰਬੰਧਕੀ ਰੂਪ ਚ ਅਰਥ ਦੇਵੇਗਾ। ਬਿਨ ਨਾਵੈ ਚੁਣ ਸੁੱਟੀ ਹੈ, ਇੱਥੇ ਵਿਸ਼ਰਾਮ ਆਏਗਾ। ਸੁੱਟੀ ਹੈ ਕਿਰਿਆ ਹੈ ਬਹੁਵਚਨੀ।
कोय न संगी साथ, सच्चो सच्चा आखियै। विश्राम सच्चे सच्चा थान, जिनी सच्चा मन्निया। विश्राम ਤਿਨ ਮਨ ਸੱਚ ਧਿਆਨ, ਮਨ ਨੰਨੇ ਨੂੰ ਸਿਹਾਰੀ ਅਧਿਕਰਨ ਕਰਕੇ ਇੱਕ ਵਚਨ ਪੁਲਿੰਗ, ਅਰਥ ਨਿਕਲੇਗਾ ਮਨ ਅੰਦਰ ਸੱਚ ਧਿਆਨ, ਅੰਤ ਵਿੱਚ ਔਂਕੜ ਇੱਕ ਵਚਨ ਪੁਲਿੰਗ ਦੀ ਸੂਚਕ। ਮਨ ਮੁਖ ਸੂਚੇ ਜਾਣੀਐ, ਮਨ ਮੁਖ ਦੋਵੇਂ ਸ਼ਬਦਾਂ ਨੂੰ ਅੱਡ ਅੱਡ ਕਰਕੇ ਪੜ੍ਹਨਾ ਹੈ, ਮਨ ਮੁਖ ਕਰਕੇ ਨਹੀਂ ਇਹਦਾ ਪਾਠ ਕਰਨਾ ਇਸ ਤੁਕ ਵਿੱਚ ਇੱਥੇ ਇਕੱਲਾ। ਮਨ ਮੁਖ ਦੋ ਸ਼ਬਦ ਹਨ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਮੁਖ ਦੇ ਖੱਖੇ ਨੂੰ ਸਿਹਾਰੀ ਹੈ। ਅਰਥ ਬਣਦਾ ਹੈ ਮਨ ਕਰਕੇ ਮੁਖ ਕਰਕੇ। ਸੂਚੇ ਜਾਣੀਐ, ਜਾਣੀਐ ਸੁੱਚੇ ਜਾਣੋ ਭਾਈ, ਪਵਿੱਤਰ ਜਾਣੋ। ਗੁਰਮੁਖ ਜਿਨ੍ਹਾਂ ਗਿਆਨ, ਸਤਿਗੁਰ ਅੱਗੇ ਅਰਦਾਸ ਕਰ। ਇੱਥੇ ਵਿਸ਼ਰਾਮ ਆਏਗਾ। ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ। ਵਿਸ਼ਰਾਮ ਜਮਦੂਤ ਮੋਏ ਬਿਖ ਖਾਏ। ਨਾਵੇਂ ਅੰਦਰ ਹਉ ਵਸਾਂ, ਹਉ ਉੱਤਮ ਪੁਰਖ ਦਾ ਪੜਨਾਉ, ਵਸਾਂ ਕਿਰਿਆ ਉੱਤਮ ਪੁਰਖ ਦੀ ਇੱਕ ਵਚਨੀ ਵਰਤਮਾਨ ਕਾਲ। ਨਾਵੇਂ ਅੰਦਰ ਹਉ ਵਸਾਂ, ਨਾਉ ਵਸੈ ਮਨ ਆਏ। ਬਾਜ ਗੁਰੂ ਗੁਬਾਰ ਹੈ। ਵਿਸ਼ਰਾਮ ਬਿਨ ਸ਼ਬਦੈ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਆ। ਵਿਸ਼ਰਾਮ ਸੱਚ ਰਹਿ ਲਿਵ ਲਾਏ। ਤਿਥੈ ਕਾਲ ਨਾ ਸੰਚਰੈ। ਵਿਸ਼ਰਾਮ ਜੋਤੀ ਜੋਤ ਸਮਾਏ। ਤੂੰ ਹੈ ਸਾਜਨ ਤੂੰ ਸੁਜਾਨ, ਤੂੰ ਆਪੇ ਮੇਲਣਹਾਰ। ਤੂੰ ਹੈ ਸਾਜਨ ਵਿਸ਼ਰਾਮ ਤੂੰ ਸੁਜਾਨ। ਵਿਸ਼ਰਾਮ ਤੂੰ ਆਪੇ ਮੇਲਣਹਾਰ। ਮੇਲਣਹਾਰ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ। ਗੁਰ ਸ਼ਬਦੀ ਸਾਲਾਹੀ ਹੈ। ਵਿਸ਼ਰਾਮ ਆਏਗਾ। ਅੰਤ ਨ ਪਾਰਾਵਾਰ। ਤਿਥੈ ਕਾਲ ਨਾ ਅੱਪੜੈ, ਤਿਥੈ ਕਾਲ ਨਾ ਅੱਪੜੈ। ਵਿਸ਼ਰਾਮ ਆਏਗਾ ਇੱਥੇ। ਜਿਥੈ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭ ਊਪਜੈ। ਹੁਕਮੀ ਸਭੇ ਊਪਜੈ, ਇੱਥੇ ਵਿਸ਼ਰਾਮ ਆਏਗਾ। ਸਭੇ ਊਪਜੈ ਬਹੁਵਚਨੀ ਕਿਰਿਆ ਹੈ। ਹੁਕਮੀ ਕਾਰ ਕਮਾਹਿ, ਕਮਾਹਿ ਕਮਾਹਿ ਹਾਹੇ ਨੂੰ ਸਿਹਾਰੀ ਨਾਲ ਜਿਹੜੀ ਲਾਂਚ ਤਬਦੀਲ ਨਹੀਂ ਹੋਏਗੀ। ਮੈਂ ਤਾਂ ਬਾਰ-ਬਾਰ ਬੋਲ ਕੇ ਦੱਸ ਰਿਹਾ ਹਾਂ ਤਾਂ ਕਰਕੇ ਬਈ ਉਚਾਰਨ ਸਪਸ਼ਟ ਹੋ ਜਾਏ। ਹਾਹੇ ਨੂੰ ਸਿਹਾਰੀ ਲਾਂਚ ਤਬਦੀਲ ਨਹੀਂ ਹੋਏਗੀ। ਹੁਕਮੀ ਕਾਲ ਹੈ ਵਸ ਹੈ, ਕਾਲ ਹੈ ਦੁਲਾਵਾਂ ਵਸ ਹੈ। ਵਸ ਸੱਸੇ ਨੂੰ ਸਿਹਾਰੀ ਅਰਥਾਂ ਦੀ ਸੂਚਕ, ਉਚਾਰਨ ਦੀ ਨਹੀਂ। ਹੁਕਮੀ ਸਾਚ ਸਮਾਹਿ, ਹੁਕਮੀ ਸਾਚ ਸਮਾਹਿ ਇਹਦਾ ਪਾਠ ਹੋਏਗਾ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਨ੍ਹਾਂ ਜਨਤਾ ਵਸ ਕਿਛ ਨਾਹਿ। ਨਾਨਕ ਜੋ ਤਿਸ ਭਾਵੈ, ਨਾਨਕ ਸ਼ਬਦ ਤੇ ਵਿਸ਼ਰਾਮ ਆਏਗਾ। ਨਿਖੇੜ ਕੇ ਪੜਾਂਗੇ। ਗੁਰੂ ਸਾਹਿਬ ਦਾ ਨਾਮ ਹੈ। ਜੋ ਤਿਸ ਭਾਵੈ ਸੋ ਥੀਐ, ਇੱਥੇ ਵਿਸ਼ਰਾਮ ਆਏਗਾ। ਇਨ੍ਹਾਂ ਜਨਤਾ ਵਸ ਕਿਛ ਨਾਹਿ। ਇਨ੍ਹਾਂ ਜਨਤਾ ਵਸ, ਜਨਤਾ ਪਾਠ ਨਹੀਂ ਕਰਨਾ, ਜਨਤਾ ਪਾਠ ਕਰਨਾ ਹੈ। ਬਹੁਵਚਨ ਸ਼ਬਦ ਹੈ। ਵਸ ਸੱਸੇ ਨੂੰ ਸਿਹਾਰੀ ਕਿਰਿਆ ਦਾ ਅਰਥ ਦਿੰਦੀ ਹੈ। ਵਸ ਕਿਛ ਨਾਹਿ, ਨਾਹਿ ਇਹਦਾ ਆਪਾਂ ਇਸ ਦਾ ਪਾਠ ਕਰਨਾ ਹੈ। ਸੋ ਇੱਥੇ ਤੱਕ ਸਾਧ ਸੰਗਤ ਆਪਾਂ 55 ਨੰਬਰ ਅੰਕ ਤੱਕ ਜੋ ਹੈ ਉਚਾਰਨ ਨੂੰ ਸਮਝ ਲਿਆ ਹੈ। ਅੱਗੇ 56 ਨੰਬਰ ਅੰਕ ਤੋਂ ਆਪਾਂ ਅਗਲੇ ਹਿੱਸੇ ਵਿੱਚ ਉਚਾਰਨ ਸੰਥਿਆ ਦੀ ਜਿਹੜੀ ਗੱਲ ਹੈ, ਸਾਂਝ ਹੈ, ਉਹ ਆਪ ਸੰਗਤਾਂ ਦੇ ਨਾਲ ਪਾਵਾਂਗੇ। ਫਿਲਹਾਲ ਇਨੀ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।